ਸੁਖਬੀਰ ਸਿੰਘ ਬਾਦਲ ਦਾ 14 ਮਾਰਚ ਨੂੰ ਫੋਨ ਆ ਗਿਆ ਕੋਈ ਥੋੜੀ ਤੂੰ ਮੈਂ ਹੋ ਗਈ। ਤੇ ਇਹ ਮੇਰੇ ਕੋਲ ਟਾਈਮ ਲੈ ਕੇ ਡੀਸੀ ਦੇ ਨਰਿੰਦਰਪਾਲ ਸਿੰਘ ਐਸਐਸਪੀ ਹੁੰਦੇ ਸੀ ਵੀ ਸਰ ਸਵੇਰੇ ਪ੍ਰਾਈਮ ਮਿਨਿਸਟਰ ਨੇ ਹੁਣ ਇੱਥੇ ਰੈਲੀ ਕਰਨੀ ਆ ਕਿ ਨਹੀਂ ਮੈਂ ਪੋਲੀਟੀਕਲ ਰੈਲੀ ਨਹੀਂ ਕੈਂਪਸ ਹੋਣੀ। ਡੀਸੀ ਸਾਹਿਬ ਕਹਾ ਕੇ ਜਦੋਂ ਖੁਸ਼ ਹੁੰਦੇ ਹੋ ਜਾਂ ਭਲਵਾਨ ਜੀ ਕੋਈ ਕਹਿ ਦਿੰਦਾ ਤਾਂ ਰੂਹ ਖੜ ਜਾਂਦੀ? ਨਹੀਂ ਭਲਵਾਨ, ਮੈਨੂੰ ਸਾਰੇ ਭਲਵਾਨ ਕਹਿਣ ਲੱਗੇ ਸੀ, ਮੈਨੂੰ ਖੁਸ਼ੀ ਬੜੀ ਮਿਲਦੀ। ਭਲਵਾਨੀ ਕਿੱਥੇ ਹੈ, ਵਾਈਸ ਚਾਂਸਲਰ ਕਿੱਥੇ ਹੈ, ਇਹ ਫਿਰ ਉਹ ਤੁਸੀਂ ਇਹ ਫੋਕਸ ਕਿਵੇਂ ਕਰਦੇ ਸੀ? ਮੇਰੀ ਮਾਂ ਲੜਦੀ ਹੁੰਦੀ ਸੀ ਇਹ ਪੁੱਟ ਕੇ ਲੈ ਗਈ ਉਹ ਮੇਰੇ ਮੁੰਡੇ ਨੂੰ। ਜਿੱਦਾਂ ਨਾ ਆਪਣੇ ਆਪ ਹੋ ਹੀ ਗਿਆ। ਮੈਂ ਕੋਈ ਇਹ ਨਹੀਂ ਕਹਿ ਸਕਦਾ ਵੀ ਮੈਂ ਬੜੇ ਉਹਦੇ ਵਾਸਤੇ ਮਿਹਨਤ ਕੀਤੀ ਜਾਂ ਮੈਂ ਉਹਦੇ ਵਾਸਤੇ ਕੋਈ ਬੜੀ ਪਲੈਨਿੰਗ ਕੀਤੀ। ਤੇ ਮੈਂ ਦੇਖਣਾ ਵੀ ਜਿਹੜੇ ਪੜਾਕੂ ਮੁੰਡੇ ਨੇ ਉਹ ਬੜੇ ਸੁੱਕੇ ਸੜੇ ਜਿਹੇ ਰਹਿ ਗਏ ਨੇ। ਤੇ ਮੈਂ ਸੋਚਣਾ ਵੀ ਮੈਂ ਤਾਂ ਭਲਵਾਨ ਬਣਨਾ ਤੇ ਪੜ੍ਹਾਈ ਨਾਲ ਤਾਂ ਸਿਹਤ ਖਰਾਬ ਹੋ ਜਾਂਦੀ ਹੈ। ਦਿਮਾਗ 'ਚ ਬੈਠਾ ਸੀ ਪੜ੍ਹਾਈ ਕਰਕੇ। ਕੈਪਟਨ ਅਮਰਿੰਦਰ ਸਿੰਘ ਆ ਕੇ 2002 'ਚ ਉਹਨਾਂ ਨੇ ਮੇਰਾ ਬਹੁਤ ਅੱਛਾ ਸੀ, ਹੁਣ ਤੱਕ ਵੀ ਹੈ। ਪਰੇਸ਼ਾਨੀ ਤਾਂ ਉਹਨਾਂ ਨੂੰ ਇਹ ਸੀ ਵੀ ਮੈਂ ਕਦੇ ਉਹਨਾਂ ਦਾ ਕੰਮ ਨਹੀਂ ਸੀ ਕੀਤਾ। ਉਹ ਸ਼ੁਰੂ ਤੋਂ ਹੀ ਚਾਹੁੰਦਾ, ਮੈਂ ਵੀ ਪ੍ਰੀਪੇਅਰਡ ਸੀ ਵੀ ਇਹਨਾਂ ਦੇ ਨਾਲ ਮੇਰੀ ਨਿਭੜੀ ਨਹੀਂ ਹੈਗੀ। ਚੀਫ ਮਿਨਿਸਟਰ ਦਾ ਫੋਨ ਹੈ ਕਾਰਡਲੈਸ ਲੈ ਕੇ। ਮੈਂ ਕਹਿੰਦਾ ਨਹੀਂ ਅੱਧਾ ਘੰਟਾ ਮੈਂ ਐਕਸਰਸਾਈਜ਼ ਨਹੀਂ ਛੱਡ ਸਕਦਾ। ਉਹ ਕਹਿੰਦੀ ਇੱਥੇ ਸੈਟਲ ਹਾਊਸ ਬੈਠੇ। ਮੈਂ ਕਹਿੰਦਾ ਨਹੀਂ ਸੌਰੀ ਬਾਦਲ ਸਾਹਿਬ ਸਾਨੂੰ। ਮੈਂ ਕਿਹਾ ਸੌਰੀ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਆਨੰਦਪ੍ਰੀਤ ਸਿੰਘ। ਜ਼ਿੰਦਗੀ ਦੇ ਵਿੱਚ ਬਹੁਤ ਵਾਰ ਅਸੀਂ ਨਿਰਾਸ਼ ਹੁੰਦੇ ਹਾਂ, ਬਹੁਤ ਵਾਰ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਜਾਣਾ ਕਿੱਥੇ ਹੈ। ਸਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਦਿਸਹੱਦੇ ਨੇ ਉਹ ਕੀ ਨੇ, ਅਸੀਂ ਜ਼ਿੰਦਗੀ 'ਚ ਕੀ ਸੋਚਿਆ ਉਹ ਕੁਝ ਨਹੀਂ ਬਣਦਾ। ਪਰ ਬਹੁਤੀ ਵਾਰ ਜ਼ਿੰਦਗੀ 'ਚ ਇਹੋ ਜਿਹਾ ਹੁੰਦਾ ਕਿ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਕਿ ਤੁਸੀਂ ਕਿੱਥੋਂ ਤੱਕ ਪਹੁੰਚ ਜਾਂਦੇ ਨੇ। ਇਹੋ ਜਿਹੇ ਇੱਕ ਸ਼ਖਸ ਸਰਦਾਰ ਕਿਰਪਾਲ ਸਿੰਘ ਔਲਖ ਸਾਹਿਬ ਦੇ ਨਾਲ ਅੱਜ ਤੁਹਾਨੂੰ ਮਿਲਾਉਣਾ ਹੈ। 82 ਸਾਲਾਂ ਦੀ ਉਮਰ ਹੋ ਗਈ ਹੈ, ਅੱਜ ਵੀ ਉਸੇ ਤਰੀਕੇ ਨਾਲ ਭਲਵਾਨੀ ਕਰਦੇ ਨੇ। ਘਰੋਂ ਭਲਵਾਨੀ ਕਰਨ ਦੇ ਲਈ ਨਿਕਲੇ ਸੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਿੱਦਾਂ ਬਣ ਗਏ। ਬੜੀਆਂ ਇੰਟਰਸਟਿੰਗ, ਬੜੇ ਸੋਹਣੇ ਤੇ ਬੜੇ ਦਿਲਚਸਪ ਕਿੱਸੇ ਨੇ ਅੱਜ ਤੁਹਾਡੇ ਨਾਲ ਸਾਂਝੇ ਕਰਨੇ ਆ। ਪਰ ਸਭ ਤੋਂ ਪਹਿਲਾਂ ਔਲਖ ਸਾਹਿਬ ਦਾ ਸਵਾਗਤ। ਔਲਖ ਸਾਹਿਬ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ, ਮਾਈ ਪਲੇਜ਼ਰ ਐਂਡ ਮਾਈ ਆਨਰ ਜੀ। ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੈ ਕਿ ਕਿੱਦਾਂ ਤੁਸੀਂ ਘਰੋਂ ਭਲਵਾਨ ਬਣਨ ਨਿਕਲੇ ਤੇ ਵਾਈਸ ਚਾਂਸਲਰ ਕਿੱਦਾਂ ਬਣ ਗਏ? ਜ਼ਿੰਦਗੀ ਦੀ ਕਹਾਣੀਆਂ ਤੁਹਾਡੀਆਂ ਬੜੀਆਂ ਇੰਟਰਸਟਿੰਗ ਨੇ। ਮੈਨੂੰ ਲੱਗਦਾ ਕਿ ਅੱਜ ਦਾ ਪ੍ਰੋਗਰਾਮ ਬੜਾ ਅੱਛਾ ਤੇ ਬੜਾ ਨਿਵੇਕਲਾ ਹੋ ਨਿਬੜੇਗਾ। ਸ਼ੁਰੂਆਤ ਕਿੱਥੋਂ ਕਰਨਾ ਚਾਹੋਗੇ ਕਿ ਅੱਜ ਕਿਸ ਤਰੀਕੇ ਨਾਲ ਜਦ ਤੁਸੀਂ ਆਪਣੇ ਚੇਤਿਆਂ 'ਚ ਪਿੱਛਲ ਝਾਤ ਮਾਰ ਰਹੇ ਹੋ, ਕੀ ਤੁਹਾਡੇ ਇਸ ਵੇਲੇ ਅੱਖਾਂ ਦੇ ਸਾਹਮਣੇ ਆ ਰਿਹਾ? ਕਈ ਵਾਰੀ ਮੈਨੂੰ ਵੀ ਯਕੀਨ ਨਹੀਂ ਹੁੰਦਾ ਬਈ ਪ੍ਰਮਾਤਮਾ ਨੇ ਜਿੱਦਾਂ ਤੁਸੀਂ ਕਿਹਾ ਮੁਕੱਦਰ ਜਾਂ ਕਿੱਥੋਂ ਕਿੱਥੇ ਲੈ ਗਿਆ। ਮੈਂ ਜੇ ਤੁਹਾਨੂੰ ਆਪਣੇ ਸ਼ੁਰੂਆਤ ਤੋਂ ਜ਼ਿੰਦਗੀ ਦਾ ਸਫ਼ਰ ਬਾਰੇ ਦੱਸਾਂ ਤੇ ਮੈਂ 2.5 ਸਾਲ ਦਾ ਸੀ ਜਦ ਮੇਰੇ ਪਿਤਾ ਜੀ ਦਾ ਸਵਰਗਵਾਸ ਹੋ ਗਏ ਸੀ। ਮੇਰਾ ਕੋਈ ਭੈਣ ਭਰਾ ਵੀ ਨਹੀਂ ਸੀ। ਤੋ ਬੜਾ ਮੈਨੂੰ ਉਹਨਾਂ ਦਾ ਸੰਭਾਲ ਵੀ ਨਹੀਂ ਹੈ ਕਿਉਂਕਿ ਮੈਂ ਬਹੁਤ ਛੋਟਾ ਸੀ। ਤੋ ਮੇਰੇ ਮਾਂ ਵਾਸਤੇ ਬੜਾ ਮੁਸ਼ਕਿਲ ਹੋ ਗਿਆ। ਜਵਾਨੀ ਦੀ ਉਮਰ ਦੇ ਵਿੱਚ ਵਿਧਵਾ ਹੋ ਗਈ। ਤੋ ਮੇਰੇ ਫਿਰ 5 ਮਾਮੇ ਸੀ, ਉਹਨਾਂ 'ਚੋਂ ਫਿਰ 2 ਮਾਮੇ ਮੇਰੇ ਸਾਡੇ ਕੋਲ ਹੀ ਆ ਕੇ ਰਹਿਣ ਲੱਗ ਗਏ। ਮੇਰਾ ਪਿੱਛੋਂ ਪਿੰਡ ਲੋਪੋ ਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੈਂਦਾ ਬਾਰਡਰ 'ਤੇ। ਤੋ ਉਹ ਪਰਵਰਿਸ਼ ਵਾਸਤੇ ਵੀ ਤੇ ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਵੀ ਕਿਉਂਕਿ ਮੇਰੇ 8-9 ਸ਼ਰੀਕ ਸਨ, ਮੈਂ ਇਕੱਲਾ ਸਾਂ। ਤੋ ਉਹਨਾਂ ਦੇ ਦਿਮਾਗ 'ਚ ਉਦੋਂ ਤੋਂ ਹੀ ਆ ਗਿਆ ਕਿਤੇ ਵੀ ਇਹ ਜਦੋਂ ਵੱਡਾ ਹੋਏ ਇਹਨੂੰ ਅਸੀਂ ਭਲਵਾਨ ਬਣਾਵਾਂਗੇ। ਕਿਉਂ ਸ਼ਰੀਕਾਂ ਦੇ ਵਿੱਚ ਗੁਜ਼ਰਨਾ, ਪਿੰਡਾਂ ਦੇ ਵਿੱਚ ਉਹ ਕਹਿੰਦੇ ਹੁੰਦੇ ਨਾ ਪੁਰਾਣਾ ਜ਼ਮਾਨਾ ਜਿਸ ਕੀ ਲਾਠੀ ਉਸ ਕੀ ਬਹਿਸ। ਤੋਂ ਉੱਥੇ ਤੁਹਾਨੂੰ ਤਕੜੇ ਹੋਣਾ ਪੈਂਦਾ ਸਰਵਾਈਵ ਕਰਨ ਵਾਸਤੇ, ਸਰਵਾਈਵਲ ਆਫ ਦੀ ਫਿਟੈਸਟ। ਸੋ ਮੈਨੂੰ ਯਾਦ ਆ ਮੈਂ ਸਕੂਲ 'ਚ ਦਾਖਲ ਹੋ ਗਿਆ 46 ਦੇ ਵਿੱਚ ਤੇ ਫਿਰ ਚਲੋ ਪਾਕਿਸਤਾਨ ਬਣ ਗਿਆ। ਉਹਦੇ ਬਾਅਦ ਮੈਂ ਪੜ੍ਹਾਈ ਸ਼ੁਰੂ ਕਰਤੀ। ਮੈਨੂੰ ਯਾਦ ਆ ਮੈਂ 9ਵੀਂ ਵਿੱਚ ਸੀ। ਮੈਂ ਕਲਾਸ 'ਚ ਤਕਰੀਬਨ ਸਾਰਿਆਂ ਨਾਲੋਂ ਕਮਜ਼ੋਰ ਹੁੰਦਾ ਸੀ ਤੇ ਪੜ੍ਹਨ ਨੂੰ ਵੀ ਐਵਰੇਜ ਹੀ ਸੀ, ਕੋਈ ਬਹੁਤ ਉੱਪਰ ਨਹੀਂ ਸੀ ਕਿਉਂਕਿ ਪ੍ਰੋਗਰਾਮ ਇਹੀ ਸੀ ਵੀ 10ਵੀਂ ਕਰਕੇ ਤੇ ਭਲਵਾਨੀ ਕਰਨੀ ਆ। ਸੋ 9ਵੀਂ ਕਲਾਸ ਵਿੱਚ ਜਦੋਂ ਹੋਇਆ ਤੇ ਮੇਰੇ ਮਾਮੇ ਮੈਨੂੰ ਉੱਥੇ ਸੇਲੂ ਭਲਵਾਨ ਸੀ ਸਾਡੇ ਪਿੰਡ ਦਾ, ਬੜਾ ਤਕੜਾ ਭਲਵਾਨ ਸੀ, ਉਹਦੇ ਕੋਲ ਲੈ ਗਏ ਵੀ ਇਹਨੂੰ ਆਪਣਾ ਚੇਲਾ ਬਣਾ ਲਾ। ਤੋ ਉਹਨੇ ਫਿਰ ਮੈਨੂੰ ਡੰਡ ਬੈਠਕਾਂ ਸ਼ੁਰੂ ਕਰਤੀਆਂ ਦੱਸਣੀਆਂ, ਮਾਲਸ਼ ਕਰਨੀ ਦੱਸਣੀ, ਸਾਰਾ ਕੁਝ ਭਲਵਾਨੀ ਸ਼ੁਰੂ 9ਵੀਂ 'ਚ ਮੇਰੀ ਸ਼ੁਰੂ ਕਰਾਤੀ ਉਹਨਾਂ ਨੇ। ਤੋ 10ਵੀਂ ਤੱਕ ਮੈਂ ਤਕਰੀਬਨ ਆਪਣੇ ਹਾਣੀਆਂ ਨੂੰ ਢਾਉਣ ਲੱਗ ਗਿਆ ਸੀ। ਤੋ ਮਾਂ ਵੀ ਖੁਸ਼ ਵੀ ਮੇਰਾ ਪੁੱਤ ਤਕੜਾ ਹੋ ਰਿਹਾ, ਮਾਮੇ ਵੀ ਖੁਸ਼ ਵੀ ਚਲੋ ਹੁਣ 10ਵੀਂ ਹੋ ਜਾਣੀ ਆ ਤੇ ਫਿਰ ਆਪਣੀ ਇਹਨੂੰ ਮੈਨੂੰ ਸਾਰੇ ਪੰਜਾਬ ਦੀਆਂ ਜਿੱਥੇ ਜਿੱਥੇ ਵੀ ਛਿੰਝਾਂ ਹੁੰਦੀਆਂ ਸੀ ਉੱਥੇ ਲੈ ਕੇ ਦਿਖਾਉਣਾ ਭਲਵਾਨਾਂ ਦੀਆਂ ਕੁਸ਼ਤੀਆਂ। ਮੈਂ ਸਾਰੇ ਵੱਡੇ ਵੱਡੇ ਭਲਵਾਨਾਂ ਦੀਆਂ ਕੁਸ਼ਤੀਆਂ ਦੇਖੀਆਂ। ਬਹੁਤ ਸ਼ੌਕ ਸੀ ਮੈਨੂੰ। ਮੈਨੂੰ ਸ਼ੌਕ ਪੈ ਗਿਆ ਨਾ ਫਿਰ, ਕਿਉਂਕਿ ਪਹਿਲਾਂ ਤਾਂ ਮੁੰਡੇ ਛੇੜਦੇ ਹੁੰਦੇ ਸੀ, ਫਿਰ ਜਦੋਂ ਡਰ ਲੱਗੇ ਵੀ ਤਕੜਾ ਹੋ ਗਿਆ ਤਾਂ ਮੈਨੂੰ ਹੋਰ ਸ਼ੌਕ ਵੱਧ ਗਿਆ। ਤਾਂ ਉਹਦੇ ਬਾਅਦ ਫਿਰ 10ਵੀਂ ਦਾ ਮੈਨੂੰ ਯਾਦ ਆ ਮੇਰੀ ਮਾਂ ਮੇਰੇ ਕੋਲ ਕੰਮ ਬਹੁਤ ਕਰਾਉਂਦੀ ਹੁੰਦੀ ਸੀ ਖੇਤੀ ਦਾ। ਨਾਲ ਅਸੀਂ 2 ਵੱਡੇ ਨੌਕਰ, ਇੱਕ ਛੋਟਾ ਰੱਖਿਆ ਹੁੰਦਾ ਸੀ, ਪਰ ਉਹਨੇ ਨਾਲ ਕੰਮ ਪੂਰਾ ਕਰਾਉਣਾ ਵੀ ਮੁੰਡਾ ਵਿਗੜ ਨਾ ਜਾਵੇ, ਇਕੱਲਾ ਇਕੱਲਾ ਹੈਗਾ।
ਤਾਂ ਮੈਂ ਖੇਤੀ 'ਚ ਸ਼ੌਕ, ਮੈਨੂੰ ਖੇਤੀ ਦਾ ਵਾਕਈ ਬਹੁਤ ਸ਼ੌਕ ਸੀ। ਤਾਂ ਮੈਨੂੰ ਯਾਦ ਹੈ 10ਵੀਂ ਦੇ ਵਿੱਚ ਅਸੀਂ 1957 'ਚ ਮੈਂ 10ਵੀਂ ਕੀਤੀ ਆ, ਅਤੇ ਅਸੀਂ ਉਹ ਕਣਕ ਕਢਾ ਰਹੇ ਸੀ ਅਤੇ ਉਹ ਤੂੜੀ ਵਗੈਰਾ ਚੁਕਾ ਰਹੇ ਸੀ, ਅਤੇ ਸਾਡੇ ਪਿੰਡ ਦੇ ਮਤਲਬ ਖੇਤਾਂ ਦੇ ਵਿੱਚ ਹੀ ਰਸਤਾ ਜਾਂਦਾ ਸੀ ਅਗਲੇ ਪਿੰਡ ਦਾ। ਅਤੇ ਉਹ ਮੁੰਡੇ ਸਕੂਲ ਦੇ ਜਾ ਰਹੇ ਨੇ ਅਤੇ ਮੈਨੂੰ ਕਹਿਣ ਲੱਗੇ, ਕਿਰਪਾਲ ਸਿੰਘ ਨਤੀਜਾ ਆ ਗਿਆ ਸਕੂਲ ਦਾ 10ਵੀਂ ਦਾ, ਅਤੇ ਤੇਰੀ ਫਸਟ ਡਿਵੀਜ਼ਨ ਆਈ, ਤੂੰ ਫਸਟ ਆਇਆ। ਤਾਂ ਮੈਂ ਬੜਾ ਹੈਰਾਨ ਹੋ ਗਿਆ ਕਿ ਮੈਂ ਫਸਟ ਕਿੱਦਾਂ ਆ ਸਕਦਾ, ਕੋਈ ਬਹੁਤ ਟੌਪਰ ਤਾਂ ਹੈ ਨਹੀਂ ਸੀ, ਪਰ ਚਲੋ ਇਹਦਾ ਮਤਲਬ ਮੇਰੇ ਨਾਲ ਦੇ ਜ਼ਿਆਦਾ ਵਿਚਾਰੇ ਮੇਰੇ ਤੋਂ ਹੀ ਮਾੜੇ ਸੀ। ਤਾਂ ਮੈਂ 10ਵੀਂ ਹੋ ਗਈ, ਤਾਂ ਘਰੇ ਆ ਗਿਆ। ਉਹ ਬਾਈ ਚਾਂਸ 1-2 ਦਿਨ ਬਾਅਦ ਸਾਡਾ ਇੱਕ ਰਿਸ਼ਤੇਦਾਰ ਹੁੰਦਾ ਸੀ ਤਰਲੋਚਨ ਸਿੰਘ, ਉਹਨੇ MSc ਕੀਤੀ ਸੀ, ਬਾਅਦ 'ਚੋਂ USA ਚਲੇ ਗਏ, ਉਹਨੇ ਡੈਥ ਹੋ ਗਈ। ਉਹ ਆਏ ਅਤੇ ਉਹ ਮੇਰੀ ਮਾਂ ਨੂੰ ਭੂਆ ਜੀ ਕਹਿੰਦੇ ਹੁੰਦੇ ਸੀ, ਅਤੇ ਉਹ ਕਹਿਣ ਲੱਗੇ, ਭੂਆ ਜੀ ਕਿਰਪਾਲ ਦਾ ਉਹ ਨਤੀਜਾ ਆਇਆ 10ਵੀਂ ਦਾ, ਅਤੇ ਕਿੰਨੇ ਨੰਬਰ ਆਏ? ਤਾਂ ਉਹ ਕਹਿੰਦੇ ਮੈਨੂੰ ਕੀ ਪਤਾ, ਅਨਪੜ੍ਹ ਸੀ ਵਿਚਾਰੇ। ਤਾਂ ਮੈਨੂੰ ਪੁੱਛਿਆ, ਮੈਂ ਕਿਹਾ ਮੇਰੇ ਇੰਨੇ ਨੰਬਰ ਆਏ ਨੇ। ਤਾਂ ਉਹ ਕਹਿੰਦਾ ਤੂੰ ਤਾਂ ਚੰਗਾ ਲੈ ਕੇ ਚੱਲ, ਤੈਨੂੰ ਡਾਕਟਰ ਬਣਾਉਣਾ। ਤਾਂ ਉਹ ਮੈਨੂੰ ਫਸਟ ਈਅਰ ਖਾਲਸਾ ਕਾਲਜ ਮੈਡੀਕਲ 'ਚ 1957 ਦਾਖਲ ਕਰਾਤਾ। ਮੈਨੂੰ ਕੁਛ ਨਹੀਂ ਪਤਾ, ਮੈਂ ਪਹਿਲੀ ਵਾਰੀ ਘਰੋਂ ਨਿਕਲਿਆ, ਕਿਉਂਕਿ ਪ੍ਰੋਟੈਕਟਡ ਸਾਂ, ਇਕੱਲੇ ਨੂੰ ਜਾਣ ਨਹੀਂ ਸੀ ਦਿੰਦੇ ਕਿਤੇ। ਅਤੇ ਉਹ ਖਾਲਸਾ ਕਾਲਜ ਮੈਡੀਕਲ ਰਖਾਤਾ। ਤਾਂ ਮੈਡੀਕਲ ਫਿਰ ਹੋਸਟਲ ਦੇ ਵਿੱਚ ਰਹਿਣਾ ਪੈਣਾ ਸੀ। ਤਾਂ ਹੋਸਟਲ ਦੇ ਵਿੱਚ ਫਿਰ ਮੇਰੇ ਨਾਲ ਇੱਕ ਜਸਪਾਲ ਸਿੰਘ ਵਿਰਕ ਭਲਵਾਨ ਸੀ, ਇੱਦਾਂ ਅਸੀਂ 4 ਜਣੇ ਮੁੰਡੇ ਨਾਭੇ ਹੋਸਟਲ ਰਹਿੰਦੇ ਹੁੰਦੇ ਸੀ। ਅਤੇ ਉਹ ਵੀ ਭਲਵਾਨ ਸੀ, ਉਹ ਬਾਅਦ 'ਚ ਰੈਸਲਿੰਗ ਕੋਚ ਵੀ ਬਣਿਆ ਬੜਾ, ਉਹ ਤਾਂ ਨੈਸ਼ਨਲ ਲੈਵਲ ਦਾ ਭਲਵਾਨ ਸੀ। ਤਾਂ ਅਸੀਂ ਫਿਰ ਸ਼ਰਤਾਂ ਲਾ ਕੇ ਡੰਡ ਬੈਠਕਾਂ ਮਾਰੀ ਜਾਣੀਆਂ ਫਸਟ ਈਅਰ ਦੇ ਵਿੱਚ। ਤਾਂ ਫਸਟ ਈਅਰ ਮੈਡੀਕਲ ਹੋ ਗਈ, ਸੈਕੰਡ ਈਅਰ ਮੈਡੀਕਲ 'ਚ ਚਲੇ ਗਏ, ਅਤੇ ਸਾਡੇ 50 ਸਟੂਡੈਂਟ ਦੀ ਕਲਾਸ ਹੁੰਦੀ ਸੀ। ਤਾਂ ਮੇਰੀ 5ਵੀਂ ਪੋਜੀਸ਼ਨ ਆ ਗਈ ਵੈਸੇ ਹੀ ਹੋਸਟਲ 'ਚੋਂ ਫਸਟ ਹੋ। ਫਿਰ ਮੈਨੂੰ ਸੈਕੰਡ ਈਅਰ ਮੈਡੀਕਲ ਦੇ ਵਿੱਚ ਕਿਊਬੀਕਲ ਮਿਲ ਗਿਆ। ਤਾਂ ਜਦ ਮੈਂ ਉਹ ਸੈਕੰਡ ਈਅਰ ਕਿਊਬੀਕਲ ਚਲਾ ਗਿਆ, ਸੈਕੰਡ ਈਅਰ ਮੈਡੀਕਲ 'ਚ ਹੋ ਗਈ, ਅਤੇ ਮੈਂ ਦੇਖਣਾ ਵੀ ਜਿਹੜੇ ਪੜ੍ਹਾਕੂ ਮੁੰਡੇ ਨੇ ਉਹ ਬੜੇ ਸੁੱਕੇ ਸੜੇ ਜਿਹੇ ਰਹਿ ਗਏ ਨੇ। ਅਤੇ ਮੈਂ ਸੋਚਣਾ ਵੀ ਮੈਂ ਤਾਂ ਭਲਵਾਨ ਬਣਨਾ, ਅਤੇ ਪੜ੍ਹਾਈ ਦੇ ਨਾਲ ਤਾਂ ਸਿਹਤ ਖਰਾਬ ਹੋ ਜਾਂਦੀ ਹੈ। ਦਿਮਾਗ 'ਚ ਬੈਠਾ ਸੀ ਪੜ੍ਹਾਈ ਕਰਕੇ, ਇਹਦੇ ਦਿਮਾਗ 'ਚ ਆਉਣਾ ਨਾ ਵੀ ਇਹ ਕੋਈ ਐਕਸਰਸਾਈਜ਼ ਨਹੀਂ ਕਰਦੇ ਤਾਂ ਕਮਜ਼ੋਰ ਨੇ। ਤਾਂ ਸਾਡੇ ਪਿੰਡ ਦਾ ਮੁੰਡਾ ਸੀ ਮਹਿੰਦਰ ਸਿੰਘ, ਗਰੀਬ ਘਰ ਦਾ ਬੰਦਾ ਸੀ, ਅਤੇ ਉਹ ਮੈਥੋਂ 2 ਸਾਲ ਸੀਨੀਅਰ ਸੀ, ਉਹ MBBS ਕਰ ਰਿਹਾ ਸੀ। ਅਤੇ ਮੈਂ ਕਿਹਾ ਮੈਂ ਦੇਖ ਕੇ ਆਵਾਂ ਇਹ ਮੈਡੀਕਲ ਹੁੰਦਾ ਕੀ ਹੈ। ਤਾਂ ਮੈਂ ਮਹਿੰਦਰ ਨੂੰ ਲੱਭਦਾ ਉਹ ਲੱਭ ਲਿਆ ਉਹਨੂੰ ਮੈਂ। ਤਾਂ ਉਹ ਵਿਚਾਰਾ ਸਿਰ ਨਹਾ ਕੇ, ਵਾਲ ਜੇ ਖਲਾ ਕੇ, ਐਨਕਾਂ ਲਾ ਕੇ, ਅਤੇ ਗ੍ਰੇ ਦੀ ਬੁੱਕ ਹੁੰਦੀ ਹੈ ਇੱਕ ਅਨਾਟਮੀ ਫਿਜ਼ੀਓਲੋਜੀ ਦੀ, ਪਹਿਲੇ ਪ੍ਰੋਫੈਸ਼ਨਲ 'ਚ MBBS ਪੜ੍ਹਾਉਂਦੇ, ਉਹ ਐਡੀ ਸਾਰੀ ਕਿਤਾਬ, ਅਤੇ ਉਹ ਬੈਠ ਕੇ ਅਤੇ ਉਹਨੂੰ ਪੜ੍ਹ ਰਿਹਾ। ਅਤੇ ਮੈਂ ਕਦੇ ਉਹ ਗ੍ਰੇ ਦੀ ਕਿਤਾਬ ਦੇਖਾਂ ਐਡੀ ਸਾਰੀ, ਕਦੇ ਮੈਂ ਮਹਿੰਦਰ ਵੱਲ ਦੇਖਾਂ, ਕਦੇ ਉਹਦੀ ਸਿਹਤ ਵੱਲ ਦੇਖਾਂ, ਲੰਬਾ ਉੱਚਾ ਸੀ ਪਰ ਵਿਚਾਰਾ ਸੁੱਕਾ ਸੀ। ਅਤੇ ਕਦੇ ਮੈਂ ਆਪਣੇ ਵੱਲ ਦੇਖਾਂ ਵੀ ਮੈਂ ਤਾਂ ਭਲਵਾਨ ਬਣਨਾ, ਮੈਨੂੰ ਆਹ ਪੜ੍ਹਨੀ ਪੈਣੀ ਆ, ਆਹ ਮਹਿੰਦਰ ਸਿੰਘ ਵਾਲਾ ਮੇਰਾ ਹਾਲ ਹੋ ਜੂ, ਮੈਂ ਨਹੀਂ ਪੜ੍ਹਨਾ। ਤਾਂ ਉੱਥੇ ਮੇਰਾ ਫੈਸਲੇ ਇਹੋ ਜਿਹੇ ਹੁੰਦੇ ਨੇ, ਉੱਥੇ ਮਨ ਬਣਾ ਲਿਆ ਵੀ ਪੜ੍ਹਾਈ ਖਤਮ, ਛੱਡਤੀ ਪੜ੍ਹਾਈ। ਹਾਂ ਹਾਂ। ਤਾਂ ਮੈਂ ਉੱਥੋਂ ਸਿੱਧਾ ਹੀ ਨਾਈ ਕੋਲ ਗਿਆ ਪੁਤਲੀ ਘਰ, ਤੋਂ ਵਾਲ ਕਟਾਏ। ਉਦੋਂ ਵਾਲ ਕਟਾਉਣੇ ਬਹੁਤ ਬੁਰਾ ਸਮਝਿਆ ਜਾਂਦਾ ਸੀ, 1958 ਦੀ ਗੱਲ ਹੈ। ਤਾਂ ਵਾਲ ਕਟਾ ਕੇ ਅਤੇ ਉੱਥੇ ਸ਼ਾਮਾਂ ਭਲਵਾਨ ਹੁੰਦਾ ਸੀ ਪੁਤਲੀ ਘਰ ਦਾ, ਉਹਦੇ ਖਾੜੇ ਪਹੁੰਚ ਗਿਆ, ਅਤੇ ਪੱਗ ਨਾਲ ਮੈਂ ਲੈ ਲਈ 7 ਰੁਪਏ ਦੀ, 5 ਰੁਪਏ ਉੱਪਰ ਰੱਖੇ। ਵਾਲ ਕਿਉਂ ਕਟਾਏ? ਭਲਵਾਨੀ ਕਰਕੇ ਵੀ ਉਹ ਮਿੱਟੀ ਪੈਣੀ ਹੈ। ਹਾਂ, ਮਿੱਟੀ ਪਈ, ਭਲਵਾਨ ਤਾਂ ਫਿਰ ਵਾਲ ਤਾਂ ਕਟਾਉਣੇ ਕਰਦੇ ਤਾਂ ਚਾਹੁੰਦੇ ਸੀ ਭਲਵਾਨ ਬਣਨਾ, ਚਾਹੁੰਦੇ ਸੀ, ਪਰ ਵਾਲ ਕਟਾਉਣਾ ਨਹੀਂ। ਵਾਲ ਕਟਾਉਣੇ ਉਦੋਂ ਬਹੁਤ ਬੁਰਾ ਸਮਝਿਆ ਜਾਂਦਾ ਸੀ, ਬਹੁਤ ਜੁਰਮ ਸਮਝਿਆ ਜਾਂਦਾ ਸੀ ਸਿੱਖਾਂ ਦੇ ਫੈਮਿਲੀ 'ਚ। ਤਾਂ ਮੈਂ ਉਹ ਸ਼ਾਮੇ ਭਲਵਾਨ ਦੇ ਜਾ ਕੇ ਉਹਦੇ ਗੋਡੀ ਗਾਡੀ ਹੱਥ ਲਾਇਆ, ਅਤੇ ਪੱਗ ਰੱਖਦੀ, ਤਾਂ ਉਹਨੇ ਡੋਲੇ ਡੂੜੇ ਟੋਏ, ਅਤੇ ਆ ਜਾ ਕਰ ਪੱਠਿਆ ਸਵੇਰ ਤੋਂ, ਤੂੰ ਖਾੜੇ ਜਾਣਾ ਸ਼ੁਰੂ। ਲੰਗੋਟਾ ਲਾਦਿਆ ਅਤੇ ਜਾ ਰਿਹਾ ਸ਼ਾਮੇ ਭਲਵਾਨ ਦੇ ਖਾੜੇ। ਤਾਂ ਸ਼ਨੀਚਰਵਾਰ ਨੂੰ ਮੈਂ ਜਾਣਾ ਸੀ ਵੀਕਐਂਡ ਦੇ ਪਿੰਡ, ਅਤੇ ਮੈਂ ਡਰਦਾ ਬੜਾ ਵੀ ਮੇਰੀ ਮਾਂ ਨੇ ਤਾਂ ਮੇਰੀ ਬਹੁਤ ਡਾਢੀ, ਉਹਨੇ ਤਾਂ ਕੁੱਟਣਾ ਵੀ ਤੂੰ ਆਹ ਵਾਲ ਕਿਉਂ ਕਟਾਤੇ, ਬਹੁਤ ਬੁਰਾ ਸਮਝਦੇ ਵਾਲ ਕੱਟਣੇ। ਤਾਂ ਚਲੋ ਮੈਂ ਸੈਟਰਡੇ ਨੂੰ ਪੱਗ ਰੱਖ ਰੁੱਖ ਕੇ ਚਲਾ ਗਿਆ। ਤਾਂ ਮੇਰੇ ਨਾਨਾ ਜੀ ਬਾਈ ਚਾਂਸ ਆਏ ਸੀ, ਸਰਦਾਰ ਦੀਵਾਨ ਸਿੰਘ ਸਿੱਧੂ, ਅਤੇ ਮੈਂ ਕਿਹਾ ਚਲੋ ਕੁਛ ਮੇਰਾ ਬਚਾ ਜੂ, ਮੈਨੂੰ ਬਹੁਤ ਪਿਆਰ ਕਰਦੇ ਹੁੰਦੇ ਸੀ। ਅਤੇ ਮੈਂ ਚੁੱਪ ਜਿਹਾ ਕਰਕੇ ਉਹਨੂੰ ਐਕਟਿੰਗ ਕਰਨੀ ਹੈ ਵੀ ਕੀ ਗੱਲ, ਡੁੰਨ ਵੱਟਾ ਜਿਹਾ ਹੋ ਕੇ ਬੈਠਾ। ਮੈਂ ਕਿਹਾ ਮੈਂ ਪੜ੍ਹ ਰਿਹਾ ਸਾਂ, ਕੈਮਿਸਟਰੀ ਪੜ੍ਹ ਰਿਹਾ ਸਾਂ, ਮੈਨੂੰ ਨੇਰ ਨਹੀਂ ਆਈ, ਮੈਂ ਡਿੱਗ ਪਿਆ, ਮੈਨੂੰ ਚੁੱਕ ਕੇ ਡਾਕਟਰ ਸੁਲੱਖਣ ਸਿੰਘ ਕੋਲ ਲੈ ਗਏ। ਐਵੇਂ ਮਨ ਕਰਤੀ ਬਣਾਉ, ਜਸਟੀਫਾਈ ਕਰਨਾ ਵਾਲ ਕਿੱਦਾਂ ਕੱਟੇ ਆ। ਅਤੇ ਫਿਰ ਮੈਂ ਕਿਹਾ ਡਾਕਟਰ ਨੇ ਕਿਹਾ ਕਾਕਾ 2 ਵਾਰੀ ਸਿਰ 'ਚ ਪਾਣੀ ਪਾਇਆ ਕਰ। ਫਿਰ ਮੈਨੂੰ ਵਾਲ ਕੱਟਣੇ ਪਏ, ਮੈਂ ਰੱਖ ਲਏ, ਦੁਰ ਫਿੱਟੇ ਮੂੰਹ ਤੇਰਾ, ਗਾਲਾਂ ਗੁਲਾਂ ਪੈ ਗਈਆਂ 5-7, ਨਹੀਂ ਮੈਂ ਰੱਖ ਲਿਆ। ਹੁਣ ਚਲੋ ਟਾਈਮ ਪਾਸ ਹੋ ਗਿਆ। ਉਹਦੇ ਬਾਅਦ ਸਵਾਦ ਬੜਾ ਆਉਣ ਲੱਗਿਆ, ਸਵੇਰੇ ਖਾੜੇ ਜਾ ਰਿਹਾ, ਪੜ੍ਹਾਈ ਖਤਮ, ਪੜ੍ਹਾਈ ਬੰਦ, ਕਲਾਸਾਂ ਬੰਦ ਬਿਲਕੁਲ ਟੋਟਲੀ। ਅਤੇ ਉਹ ਸਾਡੇ ਪਿੰਡ ਦਾ ਇੱਕ ਮੁੰਡਾ ਸੀ, ਫਸਟ 'ਚ ਦਾਖਲ, ਉਹਨੇ ਮੇਰੀ ਮਾਂ ਨੂੰ ਸ਼ਿਕਾਇਤ ਲਾਤੀ ਵੀ ਇਹ ਤਾਂ ਕਲਾਸਾਂ ਨਹੀਂ ਲਾਉਂਦਾ, ਪੜ੍ਹਾਈ ਨਹੀਂ ਕਰਦਾ। ਮਾਂ ਨੇ ਫਿਰ ਫਾਲਨ ਕਰ ਲਿਆ, ਅਤੇ ਉਹਨੇ 'ਚ ਉਹਨੂੰ ਮੇਰੇ 'ਚ ਕੌਨਫੀਡੈਂਸ ਆ ਗਿਆ ਸੀ, ਮੈਂ ਨਹੀਂ ਪੜ੍ਹਨਾ, ਮੈਂ ਭਲਵਾਨ ਬਣਨਾ। ਉਹ ਬਾਈ ਚਾਂਸ ਉਹੀ ਤਰਲੋਚਨ ਸਾਡੇ ਘਰ ਆਇਆ, ਜਿੱਦਾਂ ਰੱਬ ਕਰਦਾ ਨਾ, ਜਿੱਦਾਂ ਕੋਈ ਮੌਕੇ ਬਣ ਜਾਂਦੇ ਆ। ਅਤੇ ਉਹ ਕਹਿਣ ਲੱਗੇ ਦੇਖ ਲੈ ਇਹਨੂੰ, ਇਹ ਘਿਓ ਪਿਆਉਂਦੇ ਹੀ, ਇਹ ਹੁਣ ਸਾਨੂੰ ਅੱਖਾਂ ਦਿਖਾਉਣ ਲੱਗ ਗਿਆ, ਇਹਨੂੰ ਪੜ੍ਹਾਈ ਛੱਡ ਗਿਆ। ਅਤੇ ਉਹ ਕਹਿੰਦਾ ਕੀ ਗੱਲ? ਮੈਂ ਕਿਹਾ ਮੈਂ ਨਹੀਂ ਡਾਕਟਰ, ਮੈਂ ਭਲਵਾਨ ਬਣਨਾ, ਮੈਥੋਂ ਨਹੀਂ ਇੰਨੀ ਪੜ੍ਹਾਈ ਹੁੰਦੀ। ਉਹ ਫਿਰ ਉਹਨਾਂ ਨੇ ਡਿਸਾਈਡ ਕੀਤਾ, ਮੇਰੇ ਮਾਮੇ ਵੀ ਇਹ ਕਹਿਣ ਲੱਗੇ ਵੀ ਚੱਲ ਤੂੰ ਇੱਦਾਂ ਕਰ, ਤੂੰ ਆਪਣੀ ਖੇਤੀਬਾੜੀ 'ਤੇ BSc ਕਰ ਲਾ,
ਆਪਣੀ ਖੇਤੀ ਕਰ ਲਿਆ ਕਰੀ। ਤੇ ਉਹ ਫਿਰ ਸੈਕੰਡ ਈਅਰ ਮੈਡੀਕਲ ਚੋਂ ਮੈਂ ਅਗਲੇ ਸਾਲ ਫਸਟ ਈਅਰ ਐਗਰੀਕਲਚਰ 'ਚ ਦਾਖਲਾ ਲਿਆ ਤੇ ਐਗਰੀਕਲਚਰ ਸ਼ੁਰੂ ਕਰਤੀ। ਸੋ ਉਹਦੇ ਬਾਅਦ ਐਗਰੀਕਲਚਰ 'ਚ ਕੋਈ ਬਹੁਤੀ ਪੜ੍ਹਾਈ ਹੁੰਦੀ ਵੀ ਨਹੀਂ ਸੀ, ਮੇਰਾ ਮਨ ਵੀ ਖੁਸ਼ ਵੀ ਠੀਕ ਆ। ਤੇ ਮੈਨੂੰ ਅਫਸੋਸ ਵੀ ਹੈ ਵੀ ਮੈਂ ਮਿਹਨਤ ਨਹੀਂ ਕੀਤੀ, ਡਰਦੇ ਨੇ ਵੀ ਮੇਰੀ ਸਿਹਤ ਨਾ ਖਰਾਬ ਹੋ ਜੇ, ਪੜ੍ਹਾਈ ਨਾਲ ਸਿਹਤ ਖਰਾਬ ਹੁੰਦੀ ਆ। ਤਾਂ ਉਹ ਫਿਰ ਬੜਾ ਆਨੰਦ ਆਉਣ ਲੱਗ ਗਿਆ, ਸਭ ਨੇ ਕਹਿਣਾ ਆਹੋ ਜੀ ਭਲਵਾਨ ਜੀ, ਕੰਟੀਨ ਵਾਲਿਆਂ ਨੇ ਵੀ ਕਹਿਣਾ, ਬੜਾ ਸਵਾਦ ਆਉਣ ਲੱਗ ਗਿਆ। ਉਹਦੇ ਬਾਅਦ ਫਿਰ ਮੈਨੂੰ ਯਾਦ ਹੈ 1959 ਦੇ ਵਿੱਚ ਮੈਂ ਹਾਲ ਬਾਜ਼ਾਰ 'ਚ ਜਾ ਰਿਹਾ ਸੀ ਤੇ ਉੱਥੇ ਨਾ ਇੱਕ ਬੁੱਕ ਸ਼ਾਪ ਸੀ, ਉਹਦੇ ਵਿੱਚ ਇੱਕ ਮੈਗਜ਼ੀਨ ਸੀ ਸਟਰੈਂਥ ਐਂਡ ਹੈਲਥ। ਉਹਦੇ ਉੱਪਰ ਇੱਕ ਫੋਟੋ ਬੋਡੀ ਬਿਲਡਰ ਦੀ, ਉਹ ਬੋਡੀ ਬਿਲਡਰ ਸਟੀਵ ਰੀਵ ਸੀ, ਮਿਸਟਰ ਯੂਨੀਵਰਸ 1950 ਦਾ। ਬਾਅਦ 'ਚੋਂ ਫਿਲਮਾਂ 'ਚ ਵੀ ਆਉਂਦਾ ਰਿਹਾ, ਹਰਕੁਲੀਸ ਹਾਈਐਸਟ ਪੇਡ ਐਕਟਰ ਵੀ ਰਿਹਾ ਉਹ। ਮੈਨੂੰ ਬਹੁਤ ਮੈਨੂੰ ਇੰਪਰੈਸ ਕੀਤੀ ਉਸ ਫੋਟੋ। ਉਹ ਮੈਂ ਖਰੀਦ ਲਿਆ ਕੇ ਮੈਂ ਹੋਸਟਲ 'ਚ ਪੜ੍ਹਨ ਲੱਗ ਗਿਆ ਵੀ ਬੋਡੀ ਬਿਲਡਿੰਗ ਕੀ ਹੁੰਦੀ ਹੈ। ਫਿਰ ਮੈਂ 1959 ਦੇ ਵਿੱਚ ਮੈਨੂੰ ਯਾਦ ਆ ਮੈਂ ਜੂਨ ਜੁਲਾਈ ਦੇ ਵਿੱਚ ਵੇਟ ਲਿਫਟਿੰਗ ਖਰੀਦੀ। ਫਿਰ ਮੈਂ ਵੇਟ ਲਿਫਟਿੰਗ ਐਕਸਰਸਾਈਜ਼ ਨਾਲ ਦੇਖ ਕੇ ਜੋ ਜਿੱਦਾਂ ਉਹ ਕਰਦੇ ਸੀ ਬੋਡੀ ਬਿਲਡਰਸ, ਉਹ ਫਿਰ ਮੈਂ ਕਿਉਂਕਿ ਮੇਰੀ ਮਾਂ ਫਿਰ ਨਾ ਇੱਕ ਮੈਨੂੰ ਯਾਦ ਹੈ ਇੱਕ ਵਾਰੀ ਬੜੀ ਤਗੜੀ ਰੈਸਲਿੰਗ ਸੀ ਉੱਥੇ, ਚੋਟੀ ਦੇ ਭਲਵਾਨ ਨਾਲ ਮੇਰੀ ਹੋਈ, ਬਰਾਬਰ ਰਹੀ। ਅਤੇ ਉਹ ਲੋਕਾਂ ਨੇ ਮੈਨੂੰ ਬੜੇ ਪੈਸੇ ਦਿੱਤੇ ਵੀ ਕੱਲ੍ਹ ਦਾ ਮੁੰਡਾ ਬੜਾ ਤਗੜਾ ਭਲਵਾਨ ਬਣਿਆ, ਮਾਮੇ ਵੀ ਖੁਸ਼। ਅਤੇ ਮੇਰੀ ਮਾਂ ਨੇ ਕਿਹਾ ਵੀ ਤੈਨੂੰ ਬਹੁਤ ਔਖਾ ਪਾਲਿਆ, ਕੋਈ ਲੱਤ ਬਾਂਹ ਤੋੜੂ ਤੈਨੂੰ ਨੁਕਸਾਨ ਪਊ, ਤੂੰ ਭਲਵਾਨੀ ਨਹੀਂ ਕਰਨੀ। ਉਹ ਫਿਰ ਮਾਂ ਨੇ ਥੋੜ੍ਹੇ ਡੱਕਾ ਜਿਹਾ ਡਾਇਆ ਬਈ ਤੂੰ ਇਹ ਨਹੀਂ ਕਰਨੀ ਵੀ। ਦੂਜਾ ਮੇਰੇ 'ਚ ਇੱਕ ਥੋੜ੍ਹੀ ਜਿਹੀ ਨਾ ਡਿਫੈਕਟ ਜਾਂ ਕਮਜ਼ੋਰੀ ਕਹਿ ਲਓ, ਮੈਂ ਨਾ ਅਗਰੈਸਿਵ ਨਹੀਂ ਇੰਨਾ ਹੈਗਾ, ਜਿੱਦਾਂ ਮੈਂ ਪੈ ਦੂੰ, ਉਹ ਨਹੀਂ ਮੇਰੇ 'ਚ ਹੈਗੀ। ਸ਼ਾਇਦ ਉਹ ਚੰਗਾ ਹੀ ਹੋ ਗਿਆ ਮੈਂ ਭਲਵਾਨੀ ਯਾਰ ਬਹੁਤਾ ਨਹੀਂ ਗਿਆ, ਕਿਉਂਕਿ ਇਹਦੇ ਵਾਸਤੇ ਚਾਹੀਦੀ ਅਗਰੈਸ਼ਨ, ਫਾਈਟਿੰਗ ਸਪਿਰਿਟ, ਮੇਰੇ 'ਚ ਉਹ ਨਹੀਂ ਹੈ। ਮੈਂ ਜੇ ਹਰ ਵੀ ਜਾਊਂ ਕੋਈ ਗੱਲ ਨਹੀਂ ਯਾਰ, ਇੱਦਾਂ ਦੀ ਇੱਕ ਨੇਚਰ ਹੈ। ਔਰ ਸਪੋਰਟਸ ਦੇ ਵਿੱਚ ਮੈਂ ਦੇਖਿਆ ਮੇਰੇ ਬੜੇ ਅੱਛੇ ਦੋਸਤ ਨੇ, ਉਹ ਗੁਰਬਚਨ ਦਾਵਲ, ਇੰਪੀਰੀਅਲ ਇੰਡੀਆ, ਸਾਰੇ ਇਹਨਾਂ 'ਚ ਅਗਰੈਸ਼ਨ ਆ। ਜਿੱਦਾਂ ਮਿਲਖਾ ਸਿੰਘ ਸੀ ਜਾਂ ਪ੍ਰਿੰਸੀਪਾਲ ਸਿੰਘ ਹਾਕੀ ਪਲੇਅਰ ਸੀ, ਉਹ ਮੇਰੇ 'ਚ ਅਗਰੈਸ਼ਨ ਨਹੀਂ ਸੀ ਹੈਗੀ ਇੰਨੀ, ਫਾਈਟਿੰਗ ਸਪਿਰਿਟ। ਸੋ ਇਸ ਕਰਕੇ ਉਹ ਭਲਵਾਨੀ ਤਾਂ ਘੱਟ ਗਈ। ਫਿਰ ਉਹ ਹਾਲਾਂਕਿ ਮੈਂ ਖਾਲਸਾ ਕਾਲਜ ਨੂੰ ਰਿਪਰੈਜ਼ੈਂਟ ਕੀਤਾ ਸੀ ਪੰਜਾਬ ਯੂਨੀਵਰਸਿਟੀ 1960 'ਚ। ਉਹਦੇ ਬਾਅਦ ਫਿਰ ਮੈਂ ਬੋਡੀ ਬਿਲਡਿੰਗ ਵੱਲ ਮੈਨੂੰ ਬਹੁਤ ਜ਼ਿਆਦਾ ਸ਼ੌਕ ਪੈ ਗਿਆ, ਸਵਾਦ ਵੀ ਆਉਣ ਲੱਗ ਗਿਆ। ਕਿਉਂਕਿ ਮੈਨੂੰ ਯਾਦ ਹੈ ਜਦੋਂ ਰੈਸਲਿੰਗ 'ਤੇ ਅਸੀਂ ਗਏ ਸਾਂ ਚੈਂਪੀਅਨਸ਼ਿਪ 'ਤੇ ਉਹ ਆਈ ਵਾਜ਼ ਦ ਓਨਲੀ ਬੋਡੀ ਬਿਲਡਰ ਰੈਸਲਰ। ਅਤੇ ਲੋਕਾਂ ਨੇ ਬੜਾ ਦੇਖਣਾ 1960 ਦੇ ਵਿੱਚ ਵੀ ਉਸ ਜ਼ਮਾਨੇ 'ਚ ਇੰਨੇ, ਹੁਣ ਤਾਂ ਸਾਰੇ ਐਡੇ ਐਡੇ ਦੌੜੇ ਲਈ ਫਿਰਦੇ ਨਾ, ਉਦੋਂ ਬੜਾ ਰੇਅਰ ਸੀ ਬੋਡੀ ਬਿਲਡਿੰਗ ਕਰਨੀ। ਤਾਂ ਫਿਰ ਮੈਂ ਬੋਡੀ ਬਿਲਡਿੰਗ ਵੱਲ ਸ਼ੌਕ ਆ ਗਿਆ, ਵੇਟ ਲਿਫਟਿੰਗ ਵੀ, ਸ਼ਾਰਟ ਪੁੱਟ ਵਗੈਰਾ। ਫਿਰ ਮੈਂ ਇੱਧਰ ਨੂੰ ਜ਼ੋਰ ਜ਼ਿਆਦਾ ਲਾਉਣਾ ਸ਼ੁਰੂ ਕਰ ਦਿੱਤਾ। ਤਾਂ ਉਹਦੇ ਬਾਅਦ ਫਿਰ 1962 ਦੇ ਵਿੱਚ BSc ਐਗਰੀਕਲਚਰ ਹੋ ਗਈ। ਅਤੇ ਉਹਦੇ ਬਾਅਦ ਫਿਰ ਸੋਚਣਾ ਵੀ ਕੀ ਕਰਾਂਗੇ ਹੁਣ, ਖੇਤੀ ਕਰਾਂਗੇ ਕਿ ਕੀ ਪਲਾਨ ਕਰਨੀ ਹੈ। ਕਿਸੇ ਨੇ ਪੁੱਛਣਾ ਭਲਵਾਨ ਕੀ, ਮੈਨੂੰ ਸਾਰੇ ਭਲਵਾਨ ਕਹਿਣ ਲੱਗ ਗਏ ਸੀ, ਮੈਨੂੰ ਖੁਸ਼ੀ ਵੀ ਬੜੀ ਮਿਲਣੀ ਵੀ ਭਲਵਾਨ ਜੀ। ਹਾਲਾਂਕਿ ਮੇਰੇ ਨਾਲ ਜਸਪਾਲ ਜਿਹੜਾ ਅਸਲੀ ਭਲਵਾਨ ਸੀ ਵਿਰਕ, ਉਹਨੇ ਮੈਨੂੰ ਕੋਈ ਕਹਿੰਦਾ ਨਹੀਂ, ਕਿਉਂਕਿ ਬੋਡੀ ਬਿਲਡਿੰਗ ਕਰਕੇ ਨਾ, ਤੇ ਲੋਕਾਂ ਨੇ ਉਹ ਡੀਲ ਡੋਲ ਚੰਗੀ ਸੀ, ਭਲਵਾਨ ਜੀ। ਅਤੇ ਉਹ ਫਿਰ BSc ਕਈਆਂ ਨੇ ਪੁੱਛ ਲਿਆ ਭਲਵਾਨ ਜੀ ਗਾਂ ਕੀ ਕਰਨਾ। ਮੈਂ ਕਿਹਾ ਵੇਖਾਂਗੇ ਕੋਈ ਨੌਕਰੀ ਨਹੀਂ ਤਾਂ ਆਪਣੀ ਖੇਤੀ ਕਰ ਲਾਂਗੇ। ਤਾਂ BSc ਚਲੋ ਚੰਗੇ ਨੰਬਰ ਆ ਗਏ। ਇੱਥੇ 1962 'ਚ ਉਦੋਂ MSc 'ਚ ਐਡਮਿਸ਼ਨ ਮਿਲ ਗਈ। ਤਾਂ ਇੱਥੇ MSc ਕਰਨ ਆ ਗਏ। ਫਿਰ ਉਹਦੇ ਵਿੱਚ ਇੱਦਾਂ ਚੱਲਦੀ ਰਹੀ, MSc ਕਰ ਲਈ। 1964 'ਚ ਮੈਨੂੰ ਯਾਦ ਆ, ਮੈਂ ਵਾਲ ਕੱਟੇ ਹੁੰਦੇ ਸੀ ਉਦੋਂ, ਅਤੇ 1964 'ਚ ਮੈਂ ਇੱਥੋਂ ਥੀਸਿਸ ਦੇ ਕੇ 1964 ਜੂਨ ਦੇ ਵਿੱਚ, ਅਤੇ ਮੈਂ ਪਿੰਡ ਚਲਾ ਗਿਆ। ਫਾਈਨਲ ਰਿਜ਼ਲਟ ਵੀ ਆਊਗਾ ਫਿਰ। ਅਤੇ ਮੈਨੂੰ ਯਾਦ ਆ ਮੈਂ ਉਦੋਂ ਖਾਲਸਾ ਕਾਲਜ ਅੰਮ੍ਰਿਤਸਰ 'ਚ ਪ੍ਰਿੰਸੀਪਲ ਬਿਸ਼ਨ ਸਿੰਘ ਸਮੁੰਦਰੀ, ਪਹਿਲਾਂ ਇੱਥੇ ਪ੍ਰੋਫੈਸਰ ਹੁੰਦੇ ਸੀ। ਬਿਸ਼ਨ ਸਿੰਘ ਸਮੁੰਦਰੀ ਉਹਨਾਂ ਦਾ ਬੇਟਾ ਹੀ ਹੈ ਜਿਹੜਾ ਤਰਨਜੀਤ ਸਿੰਘ ਅੰਬੈਸਡਰ ਲੱਗਾ USA, ਉਦੋਂ ਸਾਲ ਕਦਾ ਹੀ ਸੀ। ਤਰਨਜੀਤ ਸਿੰਘ ਹਾਂ, ਇਹ ਉਹਨਾਂ ਦਾ ਬੇਟਾ। ਅਤੇ ਉਹ ਇੱਥੇ ਪ੍ਰੋਫੈਸਰ ਹੁੰਦੇ ਅਤੇ ਮੈਂ ਸਪੋਰਟਸਮੈਨ, ਮੈਨੂੰ ਬੜਾ ਪਿਆਰ ਕਰਦੇ ਹੁੰਦੇ ਸੀ ਬਿਸ਼ਨ ਸਿੰਘ ਸਮੁੰਦਰੀ। ਤਾਂ ਮੇਰਾ ਇੱਕ ਦੋਸਤ ਸੀ, ਮੈਂ ਉਹਨੂੰ ਕਿਹਾ 1964 ਦੀ ਗੱਲ, ਜਦ ਮੈਂ MSc ਥੀਸ ਦੇ ਕੇ ਗਿਆ, ਵੀ ਚੱਲ ਸਮੁੰਦਰੀ ਸਾਹਿਬ ਨੂੰ ਮਿਲ ਆਈਏ ਅਤੇ ਨਾਲੇ ਉਹਨਾਂ ਨੂੰ ਵਧਾਈ ਦੇ ਆਈਏ। ਤਾਂ ਮੈਂ ਉਹਨਾਂ ਨੂੰ ਮਿਲਣ ਚਲਾ ਗਿਆ। ਸੰਡੇ ਸੀ ਅਤੇ ਉਹ ਪ੍ਰਿੰਸੀਪਲ ਰੈਜ਼ੀਡੈਂਸ ਦੇ ਬਾਹਰ ਅੰਬ ਥੱਲੇ ਬੈਠੇ ਸੀ, ਬਾਹਰ ਨਹਾ ਨੂੰ ਕੇ, ਬੜੇ ਜਵਾਨ, ਬੜੇ ਸੋਹਣੇ ਸੁਨੱਖੇ ਸਮੁੰਦਰੀ ਸਾਹਿਬ। ਅਤੇ ਉਹ ਕਿੱਧਰ ਫਿਰਦਾ, ਉਹ ਵੀ ਇੱਦਾਂ ਹੀ ਬੋਲਦੇ। ਮੈਂ ਹੀ ਪਿੰਡ ਆਇਆ ਹਾਂ ਅਤੇ ਮੈਂ ਤੁਹਾਨੂੰ ਵਧਾਈਆਂ ਦੇ ਆਈਏ, ਤੁਸੀਂ ਪ੍ਰਿੰਸੀਪਲ ਬਣੇ ਜੇ। ਅਤੇ ਕਹਿੰਦੇ ਹੋ ਗਈ MSc। ਮੈਂ ਕਿਹਾ ਜੀ ਮੈਂ ਥੀਸਿਸ ਦੇ ਆਇਆ, ਹੁਣ ਕੀ ਪ੍ਰੋਗਰਾਮ ਆ, ਕੋਈ ਨੌਕਰੀ ਵੇਖਾਂਗੇ। ਮੇਰੇ ਕੋਲ ਆਇਆ ਹਾਂ, ਕਾਹਦੀ ਕੀਤੀ ਉਹ, ਮੈਂ ਕਹਿ ਲਓ ਜੀ ਦੀ, ਮੈਂ ਆਹੋ ਪਲਾਨ ਪਤਾ ਲਓ ਜੀ ਦੀ। ਤਾਂ ਉਹ ਫਿਰ ਮੈਨੂੰ ਬੋਟਨੀ 'ਚ ਉੱਥੇ ਲੈਕਚਰਰ 1964 ਦੇ ਵਿੱਚ ਉਹਨਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਲਾ ਦਿੱਤਾ, ਪਰ ਨਾਲ ਸ਼ਰਤ ਲਾਈ ਵੀ ਯਾਰ ਤੈਨੂੰ ਬੰਦੇ ਦਾ ਪੁੱਤ ਬਣਨਾ ਪੈਣਾ। ਉਹ ਮੈਂ ਪੁਤਲੀ ਘਰ ਜਾ ਕੇ ਜਾਲੀ ਖਰੀਦੀ, ਫਿਕਸੋ ਲਈ, ਪੱਗ ਪੁੱਗ ਬੰਨੀ। ਤਾਂ ਮੈਂ 1964 'ਚ ਖਾਲਸਾ ਕਾਲਜ ਪ੍ਰੋਫੈਸਰ ਲੱਗ ਗਿਆ। ਅੱਛਾ, ਤੁਸੀਂ ਪ੍ਰੋਫੈਸਰ ਲੱਗ ਗਏ। ਇੱਕ ਗੱਲ ਤੁਸੀਂ ਮੈਨੂੰ ਕਹੀ ਸੀ, ਮੈਂ ਉਹ ਪੁੱਛ ਲੈਣਾ। ਹਾਂ, ਤੁਸੀਂ ਕਿਹਾ ਕਿ ਤੁਸੀਂ ਭਲਵਾਨ ਕਹਾ ਕੇ ਜ਼ਿਆਦਾ ਖੁਸ਼ ਹੋ। ਹਾਂ। ਅੱਜ ਤੁਸੀਂ VC ਸਾਹਿਬ ਕਹਾ ਕੇ ਜ਼ਿਆਦਾ ਖੁਸ਼ ਹੁੰਦੇ ਹੋ, ਜਾਂ ਭਲਵਾਨ ਜੀ ਕੋਈ ਕਹਿ ਦਿੰਦਾ ਤਾਂ ਰੂਹ ਖੜ ਜਾਂਦੀ? ਨਹੀਂ, ਭਲਵਾਨ
ਕਿਉਂਕਿ ਜਦ ਮੈਂ ਬਣਿਆ ਵੀ ਉਦੋਂ ਕਿਹਾ ਆ ਕੀ ਭਲਵਾਨ ਜਿਹਾ ਵੀਸੀ ਲੱਗਾ ਸੋ ਮੈਂ ਭਲਵਾਨ ਨੂੰ ਮੈਂ ਜ਼ਿਆਦਾ ਮੈਨੂੰ ਆਨੰਦ ਆਉਂਦਾ ਭਲਵਾਨ ਜੀ। ਫਿਰ ਤੁਸੀਂ ਵੀਸੀ ਕਿਵੇਂ ਬਣ ਗਏ? ਹਾਂ ਵੀਸੀ ਵੀ ਵਾਈਸ ਚਾਂਸਲਰ ਇਹ ਤਾਂ ਬੜਾ ਬੜੀ ਔਖਾ ਵੱਡੀ ਗੱਲ, ਕਦੇ ਸੋਚਿਆ ਹੀ ਨਹੀਂ ਸੀ, ਕਦੇ ਸੋਚਿਆ ਨਹੀਂ, ਬੱਲੇ ਬੱਲੇ ਬੱਲੇ। ਸੋ ਮੈਨੂੰ ਯਾਦ ਹੈ ਮੈਂ ਫਿਰ 1964 ਚ ਕਿਉਂਕਿ ਇੱਥੇ ਉਦੋਂ PhD ਨਹੀਂ ਸੀ ਹੁੰਦੀ, ਤਾਂ ਮੇਰੀ ਮੈਰਿਜ ਫਿਕਸ ਹੋਈ ਸੀ ਸਤੰਬਰ 64 ਤੇ ਮੇਰੇ ਫਾਦਰ ਨੇ ਮੁੰਡਾ ਕੀ ਕਰਦਾ ਬੜਾ ਭਲਵਾਨ ਆ ਬੜੀ ਜ਼ਮੀਨ ਆ ਮੇਰਾ, ਉਦੋਂ ਅਨਪਲਸ ਮੈਂ ਜਦ ਪ੍ਰੋਫੈਸਰ ਲੱਗ ਗਿਆ ਤੇ ਮੈਂ ਲਿਖਤਾ ਵੀ ਮੈਂ ਇੱਦਾਂ ਲੱਗ ਗਿਆ। ਚਲੋ ਐਨੀ ਵੀ ਸੋ ਉੱਥੇ ਫਿਰ ਮੈਂ 1.5 ਸਾਲ ਆਇਆ। 1.5 ਸਾਲ ਦੇ ਵਿੱਚ ਕੁਝ ਤਾਂ ਸਾਡੀ ਸ਼ਰੀਕਾਂ ਨਾਲ ਵੀ ਪੰਗਾ ਪੈ ਗਿਆ ਤੇ ਕੁਝ 65 ਦੀ ਲੜਾਈ ਸ਼ੁਰੂ ਹੋ ਗਈ, ਕੁਝ ਫਿਰ ਇੱਥੇ PhD ਸ਼ੁਰੂ ਹੋ ਗਈ ਜੀ। ਪਹਿਲਾਂ PhD ਇੱਥੇ ਮੇਰੇ ਸਬਜੈਕਟ 'ਚ ਹੈ ਨਹੀਂ ਸੀ, ਉਹ ਫਿਰ ਮੈਂ 1965 ਨਵੰਬਰ 'ਚ ਉੱਥੋਂ ਰਿਜ਼ਾਈਨ ਕਰਕੇ ਫਿਰ ਮੈਂ PhD ਜੁਆਇਨ ਕਰ ਲਈ ਇੱਥੇ। PhD 'ਚ ਫਿਰ ਸਾਡੇ ਮਤਲਬ ਬੇਟਾ ਬੇਟੀ 2 ਹੋਏ, ਫਿਰ ਇੱਥੇ ਮੈਂ ਆ ਕੇ PhD ਦੇ ਵਿੱਚ ਕਰਕੇ ਤੇ 1968 ਦੇ ਵਿੱਚ PhD ਹੋ ਗਈ। ਫਿਰ ਘਰ ਖੇਤੀਬਾੜੀ ਕੌਣ ਸੰਭਾਲਦਾ ਸੀ? ਨਾ ਉਹ ਫਿਰ ਠੇਕੇ ਠੁਕੇ ਤੇ ਦੇਤੀ ਠੇਕੇ ਤੇ ਦਿੱਤੀ। ਮਾਂ ਨੂੰ ਫਿਰ 1968 69 ਚ ਮੈਂ ਇੱਥੇ ਲੈ ਆਇਆ ਸੀ ਠੀਕ ਹੈ। ਤੇ ਉਹ ਫਿਰ ਬਾਅਦ ਚ ਮੈਂ ਵੇਚ ਦਿੱਤੀ ਸੀ ਇਸ ਇੱਕ ਡਿਸੀਜਨ ਇਹ ਹੁੰਦਾ ਕਿ ਤੁਸੀਂ ਨੌਕਰੀ ਛੱਡ ਕੇ ਤੁਸੀਂ PhD ਕਰਨ ਆ ਹਾਂ ਗਏ, ਤੇ ਉਹ ਡਿਸੀਜਨ ਤੁਹਾਨੂੰ ਔਖਾ ਨਹੀਂ ਲੱਗਿਆ ਕਿ ਜੇ ਹੁਣ ਕਰਨ ਚੱਲੇ ਆ ਤੇ ਉਹ ਕਿਵੇਂ ਹੋਏਗੀ, ਘਰ ਦਾ ਖਰਚਾ ਕਿਵੇਂ ਚੱਲੂਗਾ, ਜੇ ਬਾਕੀ ਚੀਜ਼ਾਂ ਕਿਵੇਂ ਹੋਣਗੀਆਂ? ਨਹੀਂ ਉਹ ਇਦਾਂ ਸੀ, ਕੋਈ ਤਾਂ ਮੇਰੀ ਉਹਦੇ ਚ ਵਾਈਫ ਦੀ ਮੋਟੀਵੇਸ਼ਨ ਸੀ ਕਿਉਂਕਿ ਉਹ ਚੰਡੀਗੜ੍ਹ ਦੀ ਪੜ੍ਹੀ ਸੀ ਤੇ ਕੁਝ ਮੇਰੀ ਮਾਂ ਲੜਦੀ ਹੁੰਦੀ ਸੀ ਇਹ ਪੁੱਟ ਕੇ ਲੈ ਗਈ ਉਹ ਮੇਰੇ ਮੁੰਡੇ ਨੂੰ ਉਹਦੀ ਮੋਟੀਵੇਸ਼ਨ ਸੀ ਵੀ ਆਪਾਂ ਗਾਂ ਪੜ੍ਹੀ। ਮੈਂ ਤਾਂ ਖਾਸ ਕਰਕੇ ਬੜਾ ਖੁਸ਼ ਸੀ, ਬੜਾ ਆਨੰਦ ਸੀ। ਤੇ ਉਹ ਫਿਰ PhD ਇੱਥੇ ਪਹਿਲੇ ਬੈਚ ਵਿੱਚ ਹੀ ਮੈਂ ਫਿਰ 65 ਚ ਜੁਆਇਨ ਕਰ ਲਈ। PhD ਕਰਕੇ ਫਿਰ ਇੱਥੇ ਮਤਲਬ ਲੱਗ ਗਿਆ ਮੈਂ ਅਸਿਸਟੈਂਟ ਪੈਥੋਲੋਜਿਸਟ। ਉਹਦੇ ਬਾਅਦ ਫਿਰ 1971 ਦੇ ਵਿੱਚ ਫਿਰ ਮੈਂ ਪੋਸਟ ਡਾਕਟਰੇਟ ਗਵਰਨਮੈਂਟ ਆਫ ਇੰਡੀਆ ਨੂੰ ਸਿਲੈਕਟ ਹੋ ਗਿਆ ਡੈਨਮਾਰਕ, ਤੇ ਉੱਥੋਂ ਪੋਸਟ ਡਾਕਟਰੇਟ ਕਰਕੇ ਉਹਦੇ ਬਾਅਦ ਫਿਰ ਚੱਲ ਸੋ ਚੱਲ। ਇੱਕ ਗੱਲ ਇਹ ਹੁੰਦੀ ਆ ਔਲਖ ਸਾਹਿਬ, ਕਿਉਂਕਿ ਬਹੁਤ ਸਾਰੇ ਲੋਕ ਅੱਜ ਦੀ ਡੇਟ ਦੇ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਹੋਣਗੇ ਜਿਹੜੇ ਪਤਾ ਨਹੀਂ, ਜਿਨ੍ਹਾਂ ਨੂੰ ਡਾਇਰੈਕਸ਼ਨ ਨਹੀਂ ਪਤਾ ਹੋਏਗੀ, ਬਟ ਕੀ ਪਤਾ ਉਹਨਾਂ ਨੇ ਕੱਲ ਨੂੰ ਕੀ ਬਣ ਜਾਣਾ, ਜੰਗ ਦੇ ਸਿਤਾਰੇ ਬਣ ਜਾਣਾ। ਉਹਨਾਂ ਲੋਕਾਂ ਲਈ ਦੀ ਤੁਸੀਂ ਕਿਸ ਤਰੀਕੇ ਨਾਲ ਉਹਨਾਂ ਨੂੰ ਮੋਟੀਵੇਟ, ਤੁਹਾਡੀ ਕਹਾਣੀ ਇਸ ਕਰਕੇ ਮੈਨੂੰ ਜ਼ਿਆਦਾ ਇੰਟਰਸਟਿੰਗ ਲੱਗੀ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕੋਈ ਸੋਚਿਆ ਨਹੀਂ ਸੀਗਾ, ਤੇ ਜਦੋਂ ਤੁਸੀਂ ਭਲਵਾਨੀ ਕਰਨ ਲਈ ਨਿਕਲੇ ਘਰੋਂ ਵੀ ਭਲਵਾਨੀ ਕਰਨੀ ਹੈ, ਭਲਵਾਨੀ ਕਰਕੇ ਸਵਾਦ ਆਉਂਦਾ ਸੀ ਤੁਹਾਨੂੰ, ਤੁਸੀਂ ਫਿਰ ਹੌਲੀ ਹੌਲੀ ਚੱਲਦੇ ਗਏ ਪ੍ਰੋਫੈਸਰੀ ਤੋਂ ਫਿਰ ਵਾਈਸ ਚਾਂਸਲਰ। ਇਹ ਜਿਹੜਾ ਮੋੜ ਸੀਗਾ, ਕੁੜੀ ਮੋੜ, ਇਹ ਕਿਵੇਂ ਹੈ? ਭਲਵਾਨੀ ਕਿੱਥੇ ਹੈ, ਵਾਈਸ ਚਾਂਸਲਰ ਕਿੱਥੇ ਹੈ? ਇਹ ਫਿਰ ਉਹ ਤੁਸੀਂ ਇਹ ਫੋਕਸ ਕਿਵੇਂ ਕਰਦੇ ਸੀ? ਕਿਉਂਕਿ ਇੱਕ ਬੰਦਾ ਕਹੀ ਜਾਂਦਾ ਕਿ ਇੱਕੋ ਕੰਮ 'ਚ ਜ਼ਿਆਦਾ ਫੋਕਸ ਹੋ ਸਕਦਾ, ਤੁਸੀਂ ਭਲਵਾਨੀ ਜ਼ਿਆਦਾ ਫੋਕਸ ਕਰਦੇ ਸੀ ਜਾਂ ਪ੍ਰੋਫੈਸਰੀ ਜ਼ਿਆਦਾ ਫੋਕਸ ਸੀਗੇ, ਕਿੱਦਾਂ ਸੀਗੇ ਇਹ ਦੋਵਾਂ 'ਚ ਫੋਕਸ ਸੀ ਤਾਂ ਕਿਵੇਂ ਸੀ ਫੋਕਸ? ਨਹੀਂ ਜਿਹੜੀ ਬਾਡੀ ਸੀ ਨਾ, ਬਾਡੀ ਬਿਲਡਿੰਗ ਜਾਂ ਭਲਵਾਨੀ, ਇਹ ਤਾਂ ਮੇਰੇ ਲਈ ਪੈਸ਼ਨ ਸੀ, ਇਹ ਫਸਟ ਪੈਸ਼ਨ ਮੇਰਾ ਇਹ ਸੀ। ਉਹ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਸੀ। ਮੈਨੂੰ ਯਾਦ ਮੈਂ PhD ਜੁਆਇਨ ਕੀਤੀ 1965 ਚ, ਤੇ ਮੇਰੇ ਐਡਵਾਈਜ਼ਰ ਜਿਹੜੇ ਸੀ ਡਾਕਟਰ ਗਰੋਵਰ ਐਸੋਸੀਏਟ ਪ੍ਰੋਫੈਸਰ ਸੀ, ਤੇ ਉਹ ਮੈਨੂੰ ਜਦ ਤੱਕ ਯਾਦ ਔਰ ਵਾਲਮ ਚ ਤੇ ਬੈਠੇ ਤੇ ਮੈਂ ਚੋਰੀ ਦੇਖੀ ਆ ਮੈਂ ਜ਼ਿੰਦਗੀ ਕਦੇ ਐਸੋਸੀਏਟ ਪ੍ਰੋਫੈਸਰ ਬਣੂੰਗਾ। ਨਹੀਂ, ਮੈਂ ਐਂਬੀਸ਼ੀਅਸ ਸੀ, ਮੇਰਾ ਦਿਲ ਕਰਦਾ ਸੀ ਵੀ ਮੈਂ ਤਰੱਕੀ ਕਰਾਂ, ਪਰ ਕੋਈ ਇੱਦਾਂ ਦੇ ਪਲਾਨ ਨਹੀਂ ਸੀ ਕਰਦਾ ਵੀ ਮੈਂ ਹੁਣ ਆ ਬਣਾ, ਜਿੱਦਾਂ ਕੋਈ ਰੱਬ ਵੱਲੋਂ ਹੋਈਗਾ, ਜਿੱਦਾਂ ਆਈ ਡੋਂਟ ਨੋ। ਇੱਕ ਜ਼ਰੂਰ ਆ ਵੀ ਨੇਕ ਨੀਤੀ ਬਹੁਤ ਰੱਖੀ ਸੀ, ਇਮਾਨਦਾਰੀ ਬਹੁਤ ਰੱਖੀ ਦੀ ਸੀ, ਝੂਠ ਜਿਹਾ ਨਹੀਂ ਬੋਲਣਾ ਕਿਸੇ। ਮੇਰੀ ਵਾਈਫ ਮੈਥੋਂ ਵੀ ਅੱਗੇ ਆ ਸੀ, ਮਤਲਬ ਉਸ ਪੁਆਇੰਟ ਆਫ ਵਿਊ ਨਾਲ ਅਸੀਂ ਬਹੁਤ ਰੱਬ ਤੋਂ ਡਰਨ ਵਾਲੇ ਹਾਂ। ਤਾਂ ਆਪਣੇ ਆਪ ਜਿੱਦਾਂ ਦਰਵਾਜ਼ੇ ਖੁੱਲ੍ਹਦੇ ਗਏ। ਡੈਨਮਾਰਕ ਦੇਖੋ, ਮੇਰੇ ਉਦੋਂ ਅਲਸਰ ਹੋ ਗਿਆ ਸੀ, ਮੇਰੇ 40 ਕਿਲੋ ਭਾਰ ਉੱਡ ਗਿਆ ਸੀ 1970-71 ਚ। ਇੱਥੇ ਮਕਾਨ ਬਣਾਉਣ ਲੱਗ ਗਿਆ, ਉਹਦੀ ਟੈਨਸ਼ਨ ਬੜੀ ਲੰਬੀ ਸਟੋਰੀ ਹੈ। ਮਰਨ ਵਾਲਾ ਹੋ ਗਿਆ ਸੀ, ਕਿਸੇ ਨੂੰ ਸਮਝ ਆਉਣੀ ਪਈ, ਲੋਕਾਂ ਕਹਿੰਦਾ ਭਲਵਾਨ ਨੂੰ ਕੈਂਸਰ ਹੋ ਗਿਆ, ਕਿਸੇ ਨੂੰ ਕੁਛ ਕਹਿਣਾ, ਕਿਸੇ ਨੂੰ ਕੁਛ ਕਹਿਣਾ। ਤਾਂ ਉਹ ਰੱਬ ਜਿੱਦਾਂ ਕਰਦਾ। ਤਾਂ 1971 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਵੱਲੋਂ ਮੇਰਾ ਖਿਆਲ 23 ਕੈਂਡੀਡੇਟ ਸੀ, ਤਾਂ ਮੈਂ ਸਿਲੈਕਟ ਹੋਇਆ। ਡੈਨਮਾਰਕ ਪੋਸਟ ਇੰਟਰਨੈਸ਼ਨਲ ਇੰਸਟੀਚਿਊਟ ਸੀ ਉੱਥੇ ਮੇਰਾ ਮੈਡੀਕਲ ਵੀ ਫ੍ਰੀ ਸੀ। ਤਾਂ ਉੱਥੇ ਮੈਨੂੰ ਦੌਰਾ ਪਿਆ, ਹਸਪੀਟਲ ਲੈ ਗਏ, ਉਹਨਾਂ ਨੇ ਐਂਡੋਸਕੋਪੀ ਕੀਤੀ, ਇੱਥੇ ਤਾਂ ਉਦੋਂ ਹੁੰਦੀ ਨਹੀਂ ਸੀ। ਤਾਂ ਅਲਸਰ ਨਿਕਲਿਆ, ਸਾਰਾ ਭਰਿਆ ਪਿਆ ਸੀ। ਤਾਂ ਉਹ ਰੱਬ ਨੇ ਇਲਾਜ ਵੀ ਕਰਾਇਆ। ਉਹ ਬਾਹਰ ਪੜ੍ਹ ਕੇ ਮੈਨੂੰ ਵਿਜ਼ਨ ਵੀ ਬਹੁਤ ਵੱਡਾ ਹੋ ਗਿਆ ਵੀ ਆਹ ਤਾਂ ਦੁਨੀਆ ਕੀ ਹੈਗੀ ਆ। ਜੇ ਮੈਂ ਉਹ ਨਾ ਬਾਹਰ ਪੜ੍ਹਨ ਉਦੋਂ ਮੈਂ ਰਿਲੈਕਟੈਂਟ ਸੀ, ਜਾਵਾਂ ਨਾ ਜਾਵਾਂ, ਘਰ ਦੇ ਵੀ ਡਰਦੇ ਸੀ ਵੀ ਇਹਨੂੰ ਭੇਜੀਏ ਤਾਂ ਬਿਮਾਰ ਬੜਾ ਹੈਗਾ। ਸੋ ਰੱਬ ਨੇ ਉਹ ਜਿੱਦਾਂ ਬਣਾ ਤਾ। ਫਿਰ ਉਹਨਾਂ ਕਿਹਾ 4 ਮਹੀਨੇ ਬਾਅਦ ਆਪਰੇਸ਼ਨ, ਮੇਰੀ ਵਾਈਫ 3 ਨਿਆਣੇ ਛੱਡ ਕੇ ਵੀ ਵਿਚਾਰੀ ਉੱਥੇ ਪਹੁੰਚ ਗਈ। ਚਲੋ, ਤਾਂ ਉਹ ਠੀਕ ਠਾਕ ਹੋ ਗਿਆ ਸਰ। ਸੋ ਉਹ ਜਿੱਦਾਂ ਨਾ ਆਪਣੇ ਆਪ ਹੋ ਹੀ ਗਿਆ। ਮੈਂ ਕੋਈ ਇਹ ਨਹੀਂ ਕਹਿ ਸਕਦਾ ਵੀ ਮੈਂ ਬੜੇ ਉਹਦੇ ਵਾਸਤੇ ਮਿਹਨਤ ਕੀਤੀ ਜਾਂ ਮੈਂ ਉਹਦੇ ਵਾਸਤੇ ਕੋਈ ਬੜੀ ਪਲੈਨਿੰਗ ਕੀਤੀ। ਹਾਂ, ਆਪਣਾ ਮਿਹਨਤ ਕਰੀ ਗਿਆ ਇਮਾਨਦਾਰੀ ਨਾਲ। ਇੱਕ ਦਿਲਚਸਪੀ ਹੋਰ ਹੈ ਕਿ ਤੁਸੀਂ ਹੁਣ 82 ਸਾਲਾਂ ਦੀ ਤੁਹਾਡੀ ਉਮਰ ਹੋਣ ਵਾਲੀ ਹੈ। ਵੈਸੇ ਜਦੋਂ ਕੋਈ ਉਮਰ ਦੱਸਦਾ ਹੋਵੇਗਾ ਤੁਹਾਨੂੰ ਗੁੱਸਾ ਤਾਂ ਜ਼ਰੂਰ ਆਉਂਦਾ ਹੋਵੇਗਾ, ਤੂੰ ਕਿਉਂ ਦੱਸੀ ਇੰਨਾ ਉਮਰ। ਤੇ ਅੱਜ ਵੀ ਤੁਸੀਂ ਐਕਸਰਸਾਈਜ਼ ਪੂਰੀ ਕਰਦੇ ਹੋ, ਮਤਲਬ ਚਾਹੇ 82 ਤੇ ਇੱਕ ਪਾਸੇ 22 ਸਾਲਾਂ ਦਾ ਕੋਈ ਨੌਜਵਾਨ ਆ ਜੇ, ਬਰਾਬਰ ਤੁਸੀਂ ਉਹਦੇ ਭਿੜਦੇ ਹੋ ਉਸ ਖਿੱਤੇ ਦੇ ਵਿੱਚ। ਇਹ ਕਿਵੇਂ ਆ? ਅੱਜ 82 ਸਾਲ ਦੀ ਉਮਰ ਦੇ ਵਿੱਚ ਤਾਂ ਹੱਡ ਗੋਡੇ ਤਾਂ ਰਹਿ ਜਾਂਦੇ ਨੇ, ਮੰਜੇ ਨੂੰ ਬੰਦਾ ਲੱਗ ਜਾਂਦਾ। ਤੁਸੀਂ ਕਿਸ ਤਰੀਕੇ ਦੇ ਨਾਲ ਅੱਜ ਵੀ ਉਸੇ ਤਰੀਕੇ ਨਾਲ ਐਨ ਐਕਟਿਵ ਹੋ, ਭਲਵਾਨ ਕੋ ਆ ਕੇ ਖੁਸ਼ ਹੋ? ਨਹੀਂ, ਉਹ ਤਾਂ ਦੱਸਿਆ ਮੈਨੂੰ ਪੈਸ਼ਨ। ਤੁਸੀਂ ਥੋੜ੍ਹਾ ਜਿਹਾ ਲੇਟ ਆਏ। ਪਿਛਲੇ ਸਾਲਾਂ ਦੇ ਮੇਰੀ ਸਿਹਤ ਚੰਗੀ ਸੀ, ਪਿੱਛੇ ਜੇ ਮੇਰੇ ਉਹ ਗਾਲ ਬਲੈਡਰ ਦਾ ਆਪਰੇਸ਼ਨ ਹੋਇਆ, ਸਿਹਤ ਥੋੜ੍ਹੀ ਡਾਊਨ ਹੋਈ ਆ। ਇਹ ਪੈਸ਼ਨ ਆ। ਦੇਖੋ, ਮੈਂ ਕਦੇ ਮਿਸ ਨਹੀਂ ਸੀ ਕਰਦਾ। ਤੁਸੀਂ ਹੈਰਾਨ ਹੋਗੇ, ਮੈਂ ਖਾਲਸਾ ਕਾਲਜ ਜਦੋਂ ਪੜ੍ਹਦਾ ਸੀ
ਸਾਨੂੰ 4 ਸਾਲ ਟੂਰ ਤੇ ਜਾਣਾ ਪੈਂਦਾ, ਕੰਪਲਸਰੀ ਟੂਰ ਹੁੰਦਾ ਸੀ। ਤੋ ਫਸਟ ਚੀਜ਼ ਮੈਨੂੰ ਯਾਦ 1958 ਜਨਵਰੀ 'ਚ ਸਾਡਾ ਟੂਰ ਗਿਆ ਦਿੱਲੀ ਵਗੈਰਾ ਸਾਰੇ ਘੁੰਮ ਕੇ, 26 ਜਨਵਰੀ ਦੇਖੀ, ਸਾਰਾ ਕੁਝ ਦੇਖਿਆ। ਤੇ ਉਹਦੇ ਬਾਅਦ ਮੈਂ ਸੈਕੰਡ ਥਰਡ ਫੋਰਥ ਈਅਰ ਸਪੈਸ਼ਲ ਪੀਟੀ ਜੈਪਸਨ ਦੀ ਰਿਕਮੈਂਡੇਸ਼ਨ ਲੈ ਕੇ ਪ੍ਰਿੰਸੀਪਲ ਨੂੰ, ਲੋਕ ਤਾਂ ਭੱਜਦੇ ਸੀ ਵੀ ਟੂਰ ਤੇ ਜਾ ਕੇ ਸਾਰੇ ਇੰਡੀਆ, ਮੈਂ ਐਗਜ਼ੈਂਪਸ਼ਨ ਲੈਂਦਾ ਰਿਹਾ ਵੀ ਨਹੀਂ ਮੇਰੀ ਵਰਜਿਸ਼ ਮਿਸ ਹੁੰਦੀ ਆ, ਮੈਂ ਟੂਰ ਤੇ ਨਹੀਂ ਜਾਣਾ। ਮੈਂ ਸਪੈਸ਼ਲ ਪਰਮਿਸ਼ਨ ਲੈ ਕੇ ਐਗਜ਼ੈਂਪਸ਼ਨ ਲੈਂਦਾ ਰਿਹਾ, ਇੰਨਾ ਪੈਸ਼ਨ ਸੀ ਮੈਨੂੰ। ਮੈਂ ਐਕਸਰਸਾਈਜ਼ ਮਤਲਬ ਮੈਂ ਨਹੀਂ ਸੀ ਮਿਸ। ਜਦੋਂ ਤੁਸੀਂ ਕਿਸੇ ਵੱਡੇ ਅਹੁਦਿਆਂ ਤੇ ਸੀ ਉਦੋਂ ਤੁਸੀਂ ਐਕਸਰਸਾਈਜ਼ ਛੱਡੀ ਹੈ ਕਿ ਨਹੀਂ ਛੱਡੀ? ਨਹੀਂ, ਨੈਵਰ। ਮੈਂ ਘਰਦਿਆਂ ਨੇ ਕਦੇ ਤੁਹਾਨੂੰ ਪ੍ਰੈਸ਼ਰ ਨਹੀਂ ਕੀਤਾ ਵੀ ਛੱਡ ਦਿਓ? ਕਰਦੇ ਸੀ ਨਹੀਂ, ਬੜੀ ਇੰਟਰਸਟਿੰਗ ਤੁਹਾਨੂੰ ਦੱਸਦਾ। 1964 'ਚ ਮੇਰੀ ਮੈਰਿਜ ਹੋਈ ਤੇ ਉਦੋਂ ਬਹੁਤ ਤਕੜਾ ਸੀ, ਬਹੁਤ ਮੇਰੀ ਬੋਡੀ ਸੀ। ਤੇ ਇਹ ਚੰਡੀਗੜ੍ਹ ਦੀ ਪੜ੍ਹੀ ਤੇ ਮੈਂ ਲੋਪੋ ਕੇ ਚਲੀ ਗਈ। ਮੈਂ ਖਾਸਾ ਪ੍ਰੋਫੈਸਰ ਤੇ ਇਹਨੇ ਕਹਿਣਾ ਤੁਸੀਂ ਬੈਡਮਿੰਟਨ ਕੋਈ ਟੈਨਿਸ ਖੇਡੇ ਕਰੋ, ਕੀ ਲੋਹਾ ਚੁੱਕੀ ਜਾਂਦੇ। ਮੈਂ ਕਿਹਾ ਮੈਂ ਤੈਨੂੰ ਛੱਡ ਸਕਦਾ, ਮੈਂ ਇਹਨੂੰ ਨਹੀਂ ਛੱਡ ਸਕਦਾ। ਮਜ਼ਾਕ ਦੇ ਵਿੱਚ ਵੀ ਉਹ ਇੰਨਾ ਮੈਂ ਮਤਲਬ ਮੈਨੂੰ ਪੈਸ਼ਨ ਹੈ। ਸੋ ਉਹ ਇੰਜੋਏ, ਕਿਉਂਕਿ ਨਾ ਐਂਡੋਰਫਨ ਬਣਦੇ ਆ ਤੁਹਾਨੂੰ। ਮੈਂ ਤਾਂ ਹੁਣ ਵਰਜਿਸ਼ ਕਰਕੇ ਉਹਦੇ ਬਾਅਦ ਘੰਟਾ ਮੈਂ ਨਾ ਇੱਕ ਵਾਰੀ ਇੱਥੇ ਚੀਫ ਮਿਨਿਸਟਰ ਆਏ ਸੀ, ਮੈਂ ਉਹਨਾਂ ਨੂੰ ਨਹੀਂ ਸੀ ਮਿਲਿਆ, ਸਟਨ ਹਾਊਸ ਬੈਠੇ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ। ਤੁਸੀਂ ਮਿਲੇ ਨਾ? ਤੁਸੀਂ ਵਾਈਸ ਚਾਂਸਲਰ ਹੁੰਦੇ ਸੀ? ਪ੍ਰੋ ਵਾਈਸ ਚਾਂਸਲਰ ਤੇ ਵਾਈਸ ਚਾਂਸਲਰ ਬਣਨਾ ਸੀ। ਅੱਛਾ ਜੀ। ਮੈਂ ਦੱਸਦਾ ਤੁਹਾਨੂੰ, ਇਹ 2000 ਦਸੰਬਰ ਦੀ ਗੱਲ ਹੈ। ਮੈਂ 1999 ਦੇ ਵਿੱਚ ਮੈਨੂੰ ਡਾਕਟਰ ਕਾਲਕਰ ਨੇ ਕਹਿ ਕੇ ਨਵੰਬਰ 1999 'ਚ ਪ੍ਰੋ ਵੀਸੀ ਲਵਾ ਲਿਆ। ਮੈਂ ਪਹਿਲਾ ਤੇ ਲਾਸਟ ਪ੍ਰੋ ਵੀਸੀ ਹਾਂ। ਤੇ 2000 ਦੇ ਵਿੱਚ ਦਸੰਬਰ ਦੇ ਵਿੱਚ ਮੈਂ ਆਪਣੇ ਜਿਮ 'ਚ, ਮੇਰੇ ਘਰੇ ਹੀ ਜਿਮ ਹੁੰਦਾ ਸੀ ਤੇ ਅੰਦਰ ਮੈਂ ਕੈਂਪ 'ਚ ਰਹਿੰਦਾ 6/11 'ਚ। ਤੋਂ ਮੈਂ ਐਕਸਰਸਾਈਜ਼ ਆਪਣਾ ਕਰ ਰਿਹਾ ਤੇ ਵਾਈਫ ਦਾ ਚੂੜਾ ਟੁੱਟਾ, ਛੋਟੀ ਜਿਹੀ ਲੈ ਕੇ ਆਈ ਵੀ ਚੀਫ ਮਿਨਿਸਟਰ ਦਾ ਫੋਨ ਹੈ, ਕਾਰਡਲੈਸ ਲੈ ਕੇ। ਮੈਂ ਕਿਹਾ ਨਹੀਂ ਅੱਧਾ ਘੰਟਾ ਮੈਂ ਐਕਸਰਸਾਈਜ਼ ਨਹੀਂ ਛੱਡ ਸਕਦਾ। ਉਹ ਕਹਿੰਦੀ ਇੱਥੇ ਸਟਨ ਹਾਊਸ ਬੈਠੇ। ਮੈਂ ਕਿਹਾ ਨਹੀਂ ਸੌਰੀ, ਬਾਦਲ ਸਾਹਿਬ ਸਾਨੂੰ। ਮੈਂ ਕਿਹਾ ਸੌਰੀ। ਤੋ ਇਹ ਚਲੀ ਗਈ ਵਿਚਾਰੀ। ਤੋ ਮੈਂ ਥੱਕ ਥੁੱਕ ਕੇ ਬਹੁਤ ਖਪਿਆ ਪਿਆ ਸੀ। ਮੈਂ ਉਦੋਂ ਤਕਰੀਬਨ 110 ਕਿਲੋ ਦੀ ਬੈਂਚ ਪ੍ਰੈਸ ਲਗਾਉਂਦਾ ਸੀ, ਬਹੁਤ ਹੈਵੀ ਐਕਸਰਸਾਈਜ਼ ਕਰਦਾ। ਤੋ ਮੈਨੂੰ ਯਾਦ ਆ ਮੈਂ ਉਹ ਕੰਬਲ ਜਿਹਾ ਲੈ ਕੇ ਤੇ ਉਹ ਜਿਮ 'ਚੋਂ ਅੰਦਰ ਨੂੰ ਆ ਰਿਹਾ ਤੇ ਉਹਨੇ ਚੋਂ ਮੇਰਾ ਖਿਆਲ ਮਨਜੀਤ ਸਿੰਘ ਸੀ ਇੱਥੇ SDM ਹੁੰਦਾ, ਉਹ ਕਾਰ ਲੈ ਕੇ ਆ ਗਿਆ ਵੀ ਸਾਰੂ CM ਸਾਹਿਬ ਬੈਠੇ ਸਟਨ ਹਾਊਸ ਤੇ, ਉਹ ਤੁਹਾਨੂੰ ਬੁਲਾ ਰਹੇ। ਵੇਟ ਕਰੀ ਜਾ ਰਹੇ। ਹਾਂ। ਤੇ ਮੈਂ ਕਿਹਾ ਵੀ ਮੈਂ ਤਾਂ ਹੁੰਦੇ ਤੇ ਸਾਹਮਣੇ ਐਕਸਰਸਾਈਜ਼ ਕਰਕੇ ਚਲੋ ਡਰਾਇੰਗ ਰੂਮ 'ਚ ਬਹਿ ਕੇ ਮੈਂ ਤੇ 1 ਘੰਟਾ ਹੁਣ ਹੋਸ਼ ਨਹੀਂ ਮੈਨੂੰ, ਆਈ ਐਮ ਡੈਡ ਮੈਨ। ਤੇ ਅਗੇ ਨਹੀਂ ਮੈਂ ਕਿਹਾ ਉਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਸੀ ਹੈਗਾ। ਕਹਿੰਦਾ ਇੱਥੇ ਕਿਸੇ ਫੰਕਸ਼ਨ ਤੇ ਆਏ ਸੀ ਤੇ ਉੱਥੇ ਘੰਟੇ ਕੁ ਬਾਅਦ ਉਹਨਾਂ ਦਾ ਜਦ ਚਾਹੇ ਵੀ ਸਟਨ ਹਾਊਸ ਚੱਲਦੇ, ਸਟਨ ਹਾਊਸ ਉਹਨਾਂ ਬੜਾ ਫੇਵਰੇਟ ਹੁੰਦਾ ਸੀ, ਰੈਸਟ ਕਰਦੇ ਆ ਉੱਥੇ ਬੈਠ ਕੇ। ਉਹਨਾਂ ਨੂੰ ਥੋੜ੍ਹੀ ਦੇਰ ਬਾਅਦ ਵਿਡਰਾਲ ਸਿੰਪਟਮ ਜੇ ਮੈਂ ਬੰਦਾ ਕੋਈ ਨਹੀਂ ਚਾਰਜ ਫੇਰੇ ਹੈਗਾ, VC ਨੂੰ ਬੁਲਾਓ। ਤੇ ਉਹ ਕਾਲਕਰ ਸਾਹਿਬ ਨੂੰ ਤੇ ਉਹ ਕਹਿੰਦੇ ਉਹ ਚੰਡੀਗੜ੍ਹ ਗਏ ਨੇ, ਉਹ ਕਹਿੰਦੇ ਪ੍ਰੋ VC ਨੂੰ ਬੁਲਾਓ ਵੀ ਤਾਂ। ਮੈਂ ਕਹਿੰਦੀ ਮੈਂ ਨਹੀਂ ਜਾ ਸਕਦਾ 1 ਘੰਟਾ। ਤੇ ਉਹ ਫਿਰ ਕਹਿਣ ਲੱਗੇ ਚਲ ਫੋਨ ਤੇ ਗੱਲ ਕਰੋ। ਤੇ ਮੈਂ ਫੋਨ ਕੀਤਾ, ਮੈਂ ਕਿਹਾ ਸਤਿ ਸ਼੍ਰੀ ਅਕਾਲ ਸਰ। ਮੈਂ ਸਰ ਕੋਈ ਤੁਹਾਡਾ ਪ੍ਰੋਗਰਾਮ ਤਾਂ ਹੈ ਨਹੀਂ ਸੀ? ਨਹੀਂ ਮੈਂ ਇੱਥੇ ਆਇਆ ਸੀ। ਮੈਂ ਕਿਹਾ ਹਾਂਜੀ ਸਰ। ਅੱਛਾ, ਉਹ ਸਮਝ ਗਏ ਵੀ ਇਹ ਟਾਲ ਰਿਹਾ, ਮੈਂ ਤਾਂ VC ਬਣਨਾ ਸੀ, ਮੈਂ ਤਾਂ ਮਗਰ ਫਿਰਦਾ, ਪਰ ਮੇਰੀ ਹਿੰਮਤ ਹੀ ਨਹੀਂ, ਮੈਂ ਤਾਂ ਐਕਸਰਸਾਈਜ਼ ਨਹੀਂ ਕੀਤੀ ਹੈ। ਤੋ ਮੈਂ ਕਿਹਾ ਹਾਂ ਸਰ ਕਿ ਇੱਕ ਵੈਜੀਟੇਬਲ ਸਾਇੰਟਿਸਟ, ਇੱਕ ਸੋਇਲ ਸਾਇੰਟਿਸਟ ਭੇਜ ਦਿਓ। ਉਹ ਇੱਦਾਂ ਡਿਸਕਸ ਕਰਦੇ ਹੁੰਦੇ ਸਾਇੰਟਿਸਟਾਂ ਨਾਲ ਆਪਣੇ। ਤੋ ਉਹ ਮੈਨੂੰ ਯਾਦ ਆ ਅਗਲੇ ਦਿਨ ਮੇਰਾ ਵਾਈਫ ਦਾ ਤਾਇਆ ਦਾ ਮੁੰਡਾ ਸੀ ਜੀ ਸੰਕਾਂਗ ਡਿਸਟ੍ਰਿਕਟ ਰੈਵਨਿਊ ਅਫਸਰ ਤੋਂ ਰਿਟਾਇਰ, ਤੇ ਉਹ ਆਇਆ ਤੇ ਉਹ ਕਹਿੰਦਾ ਭਾਈਆ ਅਸੀਂ ਉਹ ਸੁਣ ਰਹੇ ਤੇਰੇ VC ਦੀਆਂ ਕੋਈ ਗੱਲਾਂ ਕੀ ਕਿੱਦਾਂ। ਤੇ ਮੇਰੀ ਵਾਈਫ ਕਹਿੰਦੇ ਭਾਜੀ ਸਵਾਹ ਇਹਨੇ VC ਬਣਨਾ ਹੀ। ਰਾਤੀ CM ਸਾਹਿਬ ਆਏ ਸੀ ਤੇ ਉਹਨੂੰ ਮਿਲ ਨਹੀਂ ਗਏ ਇੱਥੇ ਸਟਨ ਹਾਊਸ, ਕਹਿੰਦੇ ਤੂੰ ਨਹੀਂ ਬਣ ਸਕਦਾ VC। ਜਦੋਂ ਮੈਂ ਫਿਰ ਤੁਸੀਂ ਬਣ ਕਿਵੇਂ ਗਏ? ਇਹ ਜੀ ਕਿਹੜੀ ਗਿੱਦੜ ਸਿੰਘ ਸੀ ਤੁਹਾਡੇ ਕੋਲ? ਨਹੀਂ ਪਤਾ ਨਹੀਂ, ਮੈਂ ਕੋਈ ਟੌਪਰ ਵੀ ਨਹੀਂ ਸੀ, ਮਤਲਬ ਰੱਬ ਕਰੀ ਗਿਆ, ਪਤਾ ਨਹੀਂ ਉਹ ਕਰੀ ਗਿਆ, ਆਈ ਡੋਂਟ ਨੋ। ਤੇ ਉਹ ਫਿਰ ਜਦੋਂ ਮੈਨੂੰ ਯਾਦ ਹੈ 1 ਅਪ੍ਰੈਲ 2001 ਨੂੰ ਮੈਂ VC ਬਣਿਆ ਤੇ ਉਹ ਅਜੀਤ ਸਿੰਘ ਕੰਗ ਦਾ ਚੰਡੀਗੜ੍ਹ ਭਾਜੀ ਵਧਾਈਆਂ ਕਹਿੰਦਾ ਲਾ ਦਿੱਤਾ ਮੈਂ ਤੁਹਾਨੂੰ VC। ਸੋ ਇੱਦਾਂ ਮੈਂ VC ਲੱਗ ਗਿਆ। ਸੋ ਸੈਕੰਡ ਟਰਮ ਮੈਨੂੰ ਯਾਦ ਹੈ ਮੇਰੀ 4 ਸਾਲ ਦੀ ਟਰਮ ਸੀ, 2005 'ਚ ਖਤਮ ਹੋਣੀ ਸੀ 31 ਮਾਰਚ ਨੂੰ। ਤੇ ਮੈਨੂੰ ਯਾਦ ਹੈ ਸੈਕੰਡ ਟਰਮ ਮਤਲਬ ਗਾਂ ਸ਼ੁਰੂ ਹੋਣੀ ਤੇ ਵਾਈਫ ਨੇ ਕਈ ਵਾਰੀ ਕਹਿਣਾ ਵੀ ਤੁਸੀਂ ਪੁੱਛ ਲਓ। ਉਦੋਂ ਕੈਪਟਨ ਅਮਰਿੰਦਰ ਸਿੰਘ ਆ ਕੇ 2002 'ਚ, ਉਹਨਾਂ ਨਾਲ ਮੇਰਾ ਬਹੁਤ ਅੱਛਾ ਸੀ, ਹੁਣ ਤੱਕ ਵੀ ਹੈ। ਇਹਨਾਂ ਨਾਲ 5 ਸਾਲ ਮੈਂ ਬਹੁਤ ਅੱਛੇ ਲਾਏ ਜਦ ਚੀਫ ਮਿਨਿਸਟਰ ਸੀ, ਪੁਰਾਣੇ ਨੂੰ ਜਾਣਦੇ ਸੀ। ਤੇ ਇਹਨਾਂ ਦਾ ਮੈਨੂੰ ਅੱਜ ਤੱਕ ਯਾਦ ਹੈ 24 ਫਰਵਰੀ 2005 ਨੂੰ 31 ਮਾਰਚ ਨੂੰ ਟਰਮ ਖਤਮ ਹੋਣੀ ਤੇ ਇਹਨਾਂ ਦਾ ਮੈਨੂੰ ਫੋਨ ਆਇਆ ਵੀ ਡਾਕਟਰ ਸਾਹਿਬ we need your services, we have decided to give you extension, I have already talked to the governor, ਪਰ ਪਲੀਜ਼ ਅਜੇ ਕਿਸੇ ਨਾਲ ਗੱਲ ਨਾ ਕਰਿਓ। ਮੇਰੇ ਅੱਖਾਂ 'ਚ ਪਾਣੀ ਆ ਗਿਆ ਵੀ you have reposed so much faith in me। ਸੋ ਫਿਰ ਇਹਨਾਂ ਨੇ ਮੈਨੂੰ ਸੈਕੰਡ ਟਰਮ ਦੇ ਦਿੱਤੀ। ਤੋ ਸੈਕੰਡ ਟਰਮ ਸ਼ੁਰੂ ਹੋ ਗਈ। ਫਿਰ 2007 ਦੇ ਵਿੱਚ ਬਾਦਲ ਸਾਹਿਬ ਆ ਗਏ ਤੇ ਇਹਨਾਂ ਦੇ 8 ਕੇ 9 ਮਾਰਚ ਨੂੰ ਇਹਨਾਂ ਦੀ ਗਵਰਨਮੈਂਟ ਬਣੀ ਹੈ। ਤਾਂ ਫਿਰ ਮੇਰੀ ਸੁਖਬੀਰ ਸਿੰਘ ਬਾਦਲ ਦਾ 14 ਮਾਰਚ ਨੂੰ ਫੋਨ ਆ ਗਿਆ, ਕੋਈ ਥੋੜ੍ਹੀ ਤੂੰ ਮੈਂ ਹੋ ਗਈ। ਕਿਸ ਗੱਲੋਂ ਹੋਈ ਸੀ? ਉਹ ਕੁਝ ਇੱਕ ਤਾਂ ਕਹਿੰਦੇ ਸੀ ਉੱਥੇ ਗੇਟ ਖੋਲ੍ਹੋ, ਪਰ ਉਧਰ ਇੰਟਰਫੀਅਰੈਂਸ ਜਿੱਦਾਂ ਹੁੰਦੀ ਉਵੇਂ 6 ਨੰਬਰ ਗੇਟ ਤੁਸੀਂ ਉਹ ਖੋਲ੍ਹੋ ਉਧਰ ਕਿਚਲੂ ਵਾਲੀ ਸਾਈਡ 'ਤੇ। ਕਾਫੀ ਬਦਤਮੀਜ਼ੀ ਨਾਲ ਬੋਲੇ, ਮੈਂ ਮੈਥੋਂ ਥੋੜ੍ਹੀ ਜਿਹੀ ਉੱਦਾਂ ਹੀ ਬਦਤਮੀਜ਼ੀ ਅੱਗੋਂ ਹੋ ਗਈ, ਤੂੰ ਮੈਂ ਹੋ ਗਈ ਅੱਗੋਂ ਕਾਫੀ। ਫਿਰ 30 ਤਰੀਕ ਨੂੰ ਬਾਦਲ ਸਾਹਿਬ ਦਾ ਫੋਨ ਆ ਗਿਆ
ਉਹਨਾਂ ਨੇ ਵੀ ਇਹੀ ਮੇਰੇ ਨਾਲ ਇਦਾਂ ਗੱਲ ਕੀਤੀ। ਮੈਂ ਫਿਰ ਆਪਣੇ ਬੰਦੇ ਭੇਜਦਾ, ਉੱਥੇ ਖੁਲਵਾ ਦਈਏ ਗੇਟ। ਇਹੋ ਜਿਹੀਆਂ ਗੱਲਾਂ ਸੀ ਨਿੱਕੀਆਂ ਮੋਟੀਆਂ, ਕਿਉਂਕਿ ਪਰੇਸ਼ਾਨੀ ਤਾਂ ਉਹਨਾਂ ਨੂੰ ਇਹ ਸੀ ਵੀ ਮੈਂ ਕਦੇ ਉਹਨਾਂ ਦਾ ਕੰਮ ਨਹੀਂ ਸੀ ਕੀਤਾ, ਉਹ ਸ਼ੁਰੂ ਤੋਂ ਮੈਂ ਵੀ ਪ੍ਰੀਪੇਅਰਡ ਸੀ ਵੀ ਇਹਨਾਂ ਦੇ ਨਾਲ ਮੇਰੀ ਨਿਭੜੀ ਨਹੀਂ ਹੈਗੀ। ਕਿ ਤੁਸੀਂ ਕਾਂਗਰਸ ਦੇ ਨੇੜੇ ਸੀ ਜਾਂ ਨਹੀਂ, ਨੇੜੇ ਤਾਂ ਮੈਂ ਕਿਸੇ ਦੇ ਵੀ ਨਹੀਂ ਸੀ, ਐਜ਼ ਅ ਪੋਲੀਟੀਕਲ ਤਾਂ ਨਹੀਂ ਸੀ, ਪਰ ਕੈਪਟਨ ਅਮਰਿੰਦਰ ਸਿੰਘ ਨਿੱਜੀ ਸੰਬੰਧ ਸੀਗੇ ਕਰਦੇ ਸੀ ਮੇਰੇ ਨੂੰ, ਉਹਨਾਂ ਕਦੇ ਇੰਟਰਫੀਅਰ ਨਹੀਂ ਕੀਤਾ। ਇਹ ਤਾਂ ਜਦੋਂ ਆਪਣੀ ਪਾਵਰ ਵਿੱਚ ਵੀ ਜਾਂ ਪਾਵਰ ਤੋਂ ਬਾਹਰ ਵੀ ਸੀ, ਉਦੋਂ ਵੀ ਫੋਨ ਕਰ ਦੇਣਾ ਵੀ ਉਹ ਤੁਸੀਂ ਫਲਾਣੀਆਂ ਪੋਸਟਾਂ ਨਿਕਲੀਆਂ ਡੀਨ ਡਾਇਰੈਕਟਰ ਦੀਆਂ, ਫਲਾਣਾ ਬੰਦਾ ਉਹ ਕਿਹੜੀ ਪੋਸਟ ਤੇ ਕਰੇ ਅਪਲਾਈ। ਮੈਂ ਕਹਿੰਦਾ ਇਹ ਮੈਂ ਕਿੱਦਾਂ ਦੱਸ ਸਕਦਾ ਕਿਹੜੀ ਪੋਸਟ ਤੇ ਅਪਲਾਈ ਕਰੇ। ਮਤਲਬ ਉਹ ਇੰਨਾ ਮੈਂ ਕਦੇ ਗਲਤ ਕੰਮ ਕਰਦਾ ਨਹੀਂ ਸੀ, ਤਾਂ ਮੈਂ ਮਤਲਬ ਮੇਰੇ ਨਾਲ ਖਾਸੇ ਖਾਫਾ ਸੀ। ਇੱਕ ਵਾਰੀ ਇੱਕ ਕਿੱਸਾ ਹੈਗਾ, ਉਹ ਪ੍ਰਧਾਨ ਮੰਤਰੀ ਸਾਹਿਬ ਨੂੰ ਤੁਸੀਂ ਯੂਨੀਵਰਸਿਟੀ ਦੇ ਅੰਦਰ ਇੱਕ ਪ੍ਰੋਗਰਾਮ ਕਰਤਾ ਸੀਗਾ। ਹਾਂ ਇਹ 36 ਦਾ ਅੰਕੜਾ ਤੁਹਾਡਾ ਲੀਡਰਾਂ ਨਾਲ ਕਿਉਂ ਪੈਂਦਾ ਸੀ? ਨਹੀਂ ਲੀਡਰ ਗਲਤ ਕੰਮ ਕਰਦੇ ਨੇ ਨਾ। ਦੇਖੋ ਇਹ ਗੱਲ ਹੈਗੀ ਆ, ਮੈਨੂੰ ਯਾਦ ਆ 2004 ਦੀ ਮਈ ਦੀ, ਤੇ ਮਿਸਟਰ ਵਾਜਪਾਈ ਪ੍ਰਾਈਮ ਮਿਨਿਸਟਰ ਸਨ, ਤੇ ਮੇਰੇ ਕੋਲ ਜਿਹੜੇ ਚੀਫ ਸੈਕਟਰੀ ਹੈਗੇ ਨੇ ਅਨੁਰਾਗ ਕੀ ਹੈਗਾ ਹੁਣ ਜਿਹੜੇ ਵਰਮਾ, ਇਹ ਉਹਦਾ ਇੱਥੇ ਡੀਸੀ ਹੁੰਦੇ ਸੀ, ਤੇ ਇਹ ਮੇਰੇ ਕੋਲ ਟਾਈਮ ਲੈ ਕੇ ਡੀਸੀ ਦੇ ਨਰਿੰਦਰਪਾਲ ਸਿੰਘ ਐਸਐਸਪੀ ਹੁੰਦੇ ਸੀ ਵੀ ਸਰ ਸਵੇਰੇ ਪ੍ਰਾਈਮ ਮਿਨਿਸਟਰ ਨੇ ਹੁਣ ਇੱਥੇ ਰੈਲੀ ਕਰਨੀ ਆ, ਮਤਲਬ ਪਾਰਲੀਮੈਂਟ ਦੀ ਇਲੈਕਸ਼ਨ ਸਨ 2004 'ਚ, ਤੇ ਕੱਲ੍ਹ ਨੂੰ ਹੈਲੀਕਾਪਟਰ ਉਤਾਰ ਲੈਣੇ। ਮੈਂ ਕਿਹਾ ਹਾਂ ਕੋਈ ਨੋ ਪ੍ਰੋਬਲਮ। ਤੇ ਉਹ ਐਸਐਸਪੀ ਕਹਿਣ ਲੱਗਾ ਵੀ ਸਰ ਉਹ ਰੈਲੀ ਕਰਨੀ ਹੈ। ਫਿਰ ਮੈਂ ਕਿਹਾ ਨਹੀਂ ਮੈਂ ਪੋਲੀਟੀਕਲ ਰੈਲੀ ਨਹੀਂ ਕੈਂਪਸ 'ਚ ਹੋਣ ਦੇਣੀ। ਨਹੀਂ ਸਰ ਬੜੀ ਪ੍ਰੋਬਲਮ ਹੈਗੀ ਆ, ਚੀਫ ਮਿਨਿਸਟਰ ਨੇ ਵੀ ਇੱਥੇ ਆਉਣਾ ਰੈਲੀ ਦੇ, ਮੈਨੂੰ ਲਾਇਆ। ਮੈਂ ਕਿਹਾ ਸੌਰੀ ਨਰਿੰਦਰਪਾਲ ਸਿੰਘ, ਮੈਂ ਪੋਲੀਟੀਕਲ ਰੈਲੀ ਨਹੀਂ ਹੋਣ ਦੇਣੀ ਕੈਂਪਸ 'ਚ। ਚਲੋ ਚਲੇ ਗਏ। ਉਹਦੇ ਬਾਅਦ ਫਿਰ ਮੈਨੂੰ ਪ੍ਰਾਈਮ ਮਿਨਿਸਟਰ ਆਫ 'ਚੋਂ ਫੋਨ, ਪੋਲੀਟੀਸ਼ੀਅਨਾਂ ਦੇ ਫੋਨ, ਮੈਨੂੰ ਮੀਡੀਆ ਵੱਲੋਂ ਵੀ ਤੂੰ ਇਹ ਕਿੱਦਾਂ ਤੇਰੀ ਜ਼ਰੂਰਤ ਹੈਗੀ ਰਾਤ ਨੂੰ ਮੇਰੇ ਘਰ ਵੀ ਰਾਤੀ 10:30 ਵਜੇ ਗਵਰਨਰ ਦਾ ਫੋਨ ਆ ਗਿਆ। ਮੈਂ ਕਿਹਾ ਨਹੀਂ ਮੈਂ ਪੋਲੀਟੀਕਲ ਰੈਲੀ ਨਹੀਂ, ਆਈ ਵਿਲ ਕੁਇਟ ਔਨ ਦਿਸ ਇਸ਼ੂ, ਪੋਲੀਟੀਕਲ ਰੈਲੀ ਨਹੀਂ ਮੈਂ ਕਰਨ ਦੇਣੀ। ਸੋ ਉਹ ਫਿਰ ਉਹਨਾਂ ਨੇ ਮੇਰਾ ਖਿਆਲ ਉੱਧਰ ਕਿਤੇ ਦਾਣਾ ਮੰਡੀ ਕੇ ਕਿੱਥੇ ਉੱਥੇ, ਸੋ ਇਹ ਜਿਹੇ ਪੰਗੇ ਲੈ ਲੈਂਦੇ, ਪਰ ਇਨ ਦੀ ਇੰਟਰਸਟ ਆਫ ਇੰਸਟੀਟਿਊਸ਼ਨ। ਇਹ ਨਹੀਂ ਅੱਜ ਤਾਂ ਉਹਨੇ ਕੱਲ੍ਹ ਨੂੰ ਜਿਹੜੇ ਮਰਜ਼ੀ ਆ ਕੇ ਇੱਥੇ ਪੋਲੀਟੀਕਲ ਰੈਲੀਆਂ ਕਰਨ ਲੱਗ ਜਾ ਕਰੇ। ਕਦੇ ਖਮਿਆਜ਼ਾ ਫਿਰ ਭੁਗਤਣਾ ਪਿਆ? ਉਹ ਨਹੀਂ, ਉਹ ਬਾਈ ਚਾਂਸ ਸੈਂਟਰ 'ਚ ਹਾਰ ਗਈ ਸੀ ਬੀਜੇਪੀ ਨੇ, ਤਾਂ ਸ਼ਾਇਦ ਪਰ ਬਾਦਲਾਂ ਸ਼ਾਇਦ ਯਾਦ ਰੱਖਿਆ ਹੋਊਗਾ। ਫਿਰ ਮੁੜ ਕੇ ਕਦੇ ਗੱਲਬਾਤ ਹੋਈ ਕਿ ਬਾਦਲਾਂ ਦੇ ਨਾਲ ਜਾਂ ਸੁਖਬੀਰ ਬਾਦਲ ਸਿੰਘ ਬਾਦਲ ਨਾਲ? ਨਹੀਂ, 2007 'ਚ ਮੈਂ ਛੱਡਤੀ ਜਿਹੜੀ, ਉਹਦੇ ਬਾਅਦ ਨਹੀਂ ਕਦੇ ਹੋਈ। ਨਹੀਂ। ਮਲਾਲ ਕਦੇ ਕਿਸੇ ਚੀਜ਼ ਦਾ ਹੋਇਆ ਤੁਹਾਨੂੰ ਜ਼ਿੰਦਗੀ ਦੇ ਵਿੱਚ ਵੀ ਇਹ ਨਾ ਕਰਦੇ ਤਾਂ ਜ਼ਿਆਦਾ ਵਧੀਆ ਰਹਿਣਾ ਸੀ? ਨਹੀਂ, ਮੈਂ ਆਪਣੇ ਪਹਿਲਾਂ ਜੇ ਕੋਈ ਫੈਸਲਾ ਜਾਇਜ਼ ਕਰਦਾ ਨਾ, ਤੇ ਉਹ ਮੈਂ ਫਿਰ ਰਿਗਰੈਟ ਨਹੀਂ ਕਰੂ, ਪਹਿਲਾਂ ਸੋਚ ਸਮਝ ਕੇ ਕਰਦਾ, ਫਿਰ ਮੈਂ ਉਹ 'ਤੇ ਸਟਿਕ ਕਰਦਾ ਵੀ ਕੋਈ ਵੀ ਕੰਸੀਕੁਐਂਸ ਇਹਦੇ 'ਚ ਹੀ ਭਲਾ ਹੋਊਗਾ। ਮੈਂ ਛੱਡਿਆ ਵੀ ਮੈਨੂੰ ਉਹ 'ਚ ਹੀ ਭਲਾ ਲੱਗ। 2 ਸਾਲ ਮੈਨੂੰ ਯਾਦ ਹੈ ਜਦ ਮੈਂ ਛੱਡੀ ਤੇ ਮੇਰਾ ਰਿਜ਼ਾਈਨ ਕੀਤਾ, ਤੇ ਕਈਆਂ ਨੇ ਕਿਹਾ ਤੂੰ ਇਹਦੇ ਡਿਊ ਟੂ ਪਰਸਨਲੀ। ਮੈਂ ਕਹਿੰਦਾ ਪਰਸਨਲੀ ਮੈਂ ਤੁਹਾਨੂੰ ਪੂਰਾ ਬਿਊਰਾ ਦਊਂਗਾ ਵੀ ਇਹ ਕਿੱਦਾਂ ਮੇਰੇ ਨਾਲ ਕਰਦੇ ਰਹਿਣ। 2 ਪੇਜ ਦੀ ਮੀਡੀਆ ਨੇ ਬਹੁਤ ਚੱਕਿਆ ਸੀ ਉਦੋਂ, ਫਰੰਟ ਪੇਜ ਨਿਊਜ਼, ਡਾਕਟਰ KS ਔਲਖ ਕੁਇਟਸ ਇਨ ਪ੍ਰੋਟੈਸਟ, ਪੂਰਾ ਫਰੰਟ। ਤੁਸੀਂ 7 ਮਈ ਜਾਂ ਪਹਿਲੀ ਅਪ੍ਰੈਲ 2007 ਦੀਆਂ ਤੁਸੀਂ ਕੋਈ ਪੇਪਰ ਲੈ ਲਓ, ਭਰੇ ਪਏ ਨੇ ਪੇਪਰ, ਮੇਰੇ ਕੋਲ ਨਹੀਂ ਕਹਿੰਦੇ ਬਈ ਡਾਕਟਰ ਫਰੰਟ ਪੇਜ, ਡਾਕਟਰ KS ਔਲਖ ਕੁਇਟਸ ਇਨ ਪ੍ਰੋਟੈਸਟ, ਸਾਰੇ ਪੇਪਰਾਂ ਦੇ ਵਿੱਚ ਐਡੀਟੋਰੀਅਲ ਆਏ ਸੀ ਟ੍ਰਿਬਿਊਨ ਦੇ ਵਿੱਚ। ਉਸ ਵੇਲੇ ਤੁਹਾਡੇ ਕੋਲ ਮੌਕਾ ਸੀ, ਤੁਸੀਂ ਸਿਆਸਤ ਵੱਲ ਵੀ ਜਾ ਸਕਦੇ ਸੀ। ਨਹੀਂ ਜਾ ਸਕਦੇ, ਨਹੀਂ ਮੈਨੂੰ 2 ਆਫਰਸ ਵੀ ਸੀ ਬਹੁਤ ਤਗੜੀਆਂ, ਤੇ ਮੈਂ ਉਹਨਾਂ ਕਿਹਾ ਬੈ ਕੇ ਨਹੀਂ ਯਾਰ, ਲੋਕਾਂ ਨੇ ਕਹਿਣਾ ਇਹਦੇ ਕੋਲ ਸੀ ਕੋਈ ਨਾ ਕੋਈ। ਉੱਥੇ ਮੈਂ ਆਕੜ ਗਿਆ ਥੋੜ੍ਹਾ ਜਿਹਾ, ਉੱਥੇ ਮੇਰੇ 'ਚ ਮਝੈਲਪਣਾ ਆ ਗਿਆ। ਲੋਕਾਂ ਨੇ ਕਹਿਣਾ ਵੀ ਇਹਦੇ ਕੋਲ ਸਾਡੇ ਕੋਲ ਸੀ ਤਾਂ ਹੀ ਛੱਡੀ ਨੇ, ਤੇ ਐਡੀ ਕੋਈ ਨੌਕਰੀ। ਮੇਰੇ ਕੋਲ ਮੇਰਾ ਕੰਟਰੋਲਰ ਦੌੜਿਆ ਰਾਣਾ ਮੇਰੇ ਕੋਲ, ਕਹਿੰਦਾ ਸਰ ਤੁਹਾਨੂੰ 30 ਲੱਖ ਦਾ ਲਾਸ ਹੋ ਜਾਣਾ। 2 ਸਾਲ ਦੀ ਸੈਲਰੀ ਉਦੋਂ 30 ਲੱਖ ਬਣਦੀ ਸੀ, ਤੇ ਮੈਂ ਕਿਹਾ ਹੈਲ ਵਿਦ 30 ਲੱਖ। ਮੈਂ ਯਾਰ ਕੋਈ ਗੱਲ ਹੈ ਚੜਾ, ਆਹ ਕਿਹੜਾ ਤਰੀਕਾ ਹੋਇਆ, ਤੁਸੀਂ ਇੰਟਰਫੀਅਰੈਂਸ ਮਤਲਬ ਗੌਰਮੈਂਟ ਕਰ ਰਹੀ ਹੈ। ਸੋ ਮੈਂ ਉਹ ਪਹਿਲੇ ਪ੍ਰੀਪੇਅਰਡ ਸੀ, ਮੇਰੀ ਇਹਨਾਂ ਨਾਲ ਪੁੱਗਣੀ ਨਹੀਂ, ਗਲਤ ਕੰਮ ਮੈਂ ਕਰਨਾ ਨਹੀਂ, ਤੇ ਉਹ ਪਰੇਸ਼ਾਨੀ ਉਹ ਕਿਉਂਕਿ ਦੇਖੋ ਤੁਸੀਂ CM ਨਾਲ ਪੰਗਾ ਲੈ ਕੇ ਇੰਸਟੀਟਿਊਸ਼ਨ ਨਹੀਂ ਚਲਾ ਸਕਦੇ। ਤੁਸੀਂ ਫੰਡਸ ਉਹਨਾਂ ਨੂੰ, ਜਿਹੜਾ DGP ਤੁਹਾਨੂੰ ਸਰ ਕਰਕੇ ਬੁਲਾ ਰਿਹਾ, ਕੱਲ੍ਹ ਨੂੰ ਥਾਣੇਦਾਰ ਹੀ ਆ ਕੇ ਤੁਹਾਨੂੰ ਪੰਗਾ ਪਾ ਸਕਦਾ, ਕਿ ਇੰਸਟੀਟਿਊਸ਼ਨ ਹੈ ਇੱਕ ਬੜੀ ਵੱਡੀ PAU ਦਾ ਨਾਂ ਆ, ਤਾਂ ਉਹਨੂੰ ਨਹੀਂ ਸੀ ਮੈਂ ਖਰਾਬ ਕਰਨਾ। ਸੋ ਮੈਂ ਬਸ ਇਹੀ ਸੋਚਿਆ ਵੀ ਆਈ ਸ਼ੁਡ ਕੁਇਟ। ਹੁਣ ਜ਼ਿੰਦਗੀ 'ਚ ਕੀ ਸੋਚਿਆ? ਕਿਉਂਕਿ ਹਮੇਸ਼ਾ ਬੰਦਾ ਖਾਹਿਸ਼ਾਂ ਦੇ ਨਾਲ ਜਿਉਣਾ ਵੀ ਚਾਹੀਦਾ, ਸੁਪਨੇ ਕਦੇ ਵੀ ਨਹੀਂ ਮਰਨੇ ਚਾਹੀਦੇ ਬੰਦੇ ਦੇ। ਹੁਣ ਸੁਪਨਾ ਕੀ ਹੈ? ਕੀ ਤੁਸੀਂ ਹੁਣ ਕਰਨਾ ਚਾਹੁੰਦੇ ਹੋ? ਕੀ ਜੋ ਹੁਣ ਜ਼ਿੰਦਗੀ ਦੇ ਵਿੱਚ ਇੱਕ ਰਿਟਾਇਰਮੈਂਟ ਵਾਲੀ ਜ਼ਿੰਦਗੀ ਹੈ, ਵੈਸੇ ਕਹਿੰਦੇ ਬੰਦਾ ਕਦੇ ਰਿਟਾਇਰ ਨਹੀਂ ਹੁੰਦਾ, ਨਾ ਹੋਣਾ ਵੀ ਨਹੀਂ ਚਾਹੀਦਾ। ਕੀ ਹੁਣ ਤੁਸੀਂ ਕੀ ਸੋਚ ਰਹੇ ਹੋ? ਕੀ ਤੁਹਾਡੇ ਜ਼ਿਹਨ 'ਚ ਚੱਲਦਾ ਅੱਜ ਕੱਲ੍ਹ? ਨਹੀਂ ਹੁਣ ਤਾਂ ਜਿੱਦਾਂ ਕਹਿੰਦੇ ਨੇ ਹੈਲਦੀ ਹੈਪੀ ਐਂਡ ਕੰਟੈਂਟਡ ਰਿਟਾਇਰ ਲਾਈਫ। ਮੈਂ ਆਈ ਐਮ ਗ੍ਰੇਟ ਗ੍ਰੈਂਡਫਾਦਰ ਨਾਊ, ਤਾਂ ਬੱਚਿਆਂ ਨਾਲ ਖੁਸ਼ ਰਹਿ ਰਹੇ ਹਾਂ। ਹੁਣ ਕੋਈ ਐਂਬੀਸ਼ਨ ਹੈ, ਮੈਨੂੰ ਯਾਦ ਹੈ 1 ਜੁਲਾਈ 2001 ਨੂੰ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ, ਉਹਦੇ ਐਡੀਸ਼ਨਲ ਪ੍ਰਿੰਸੀਪਲ ਸੈਕਟਰੀ ਦਾ ਮੈਨੂੰ ਫੋਨ ਆਇਆ ਸਵੇਰੇ 9 ਵਜੇ ਵੀ ਸਰ ਮੈਂ ਰਾਤੀ ਫੋਨ ਕੀਤਾ ਸੀ WhatsApp 'ਤੇ, ਤੁਸੀਂ ਚੁੱਕਿਆ ਨਹੀਂ। CM ਸਾਹਿਬ ਨੇ ਕਿਹਾ ਤੁਹਾਨੂੰ ਵਾਈਸ ਚਾਂਸਲਰ ਅਪੁਆਇੰਟ ਕਰਤਾ, ਉਹਨਾਂ ਚੀਫ ਸੈਕਟਰੀ ਨੂੰ ਕਿਹਾ। ਮੈਂ ਕਿਹਾ ਨਹੀਂ ਬੇਟੇ, ਮੈਂ ਹੁਣ 80 ਸਾਲ ਦਾ ਹੋ ਗਿਆ, ਹੁਣ ਨਹੀਂ ਮੈਂ ਲੱਗ ਸਕਦਾ। ਸੋ ਕਾਫੀ ਮੈਂ ਉਹਨਾਂ ਨੂੰ ਕਹਿ ਕੇ ਨਾ ਕਰਤੀ ਵੀ ਨਹੀਂ। ਉਹ ਹੁਣ ਕੋਈ ਐਂਬੀਸ਼ਨ ਨਹੀਂ ਵੀ ਮੈਂ ਆਹ ਕਰਾਂ, ਬਹੁਤ ਕੁਝ ਕਰ ਲਿਆ।
ਬਹੁਤ ਕੁਝ ਕਰ ਲਿਆ, ਮਤਲਬ ਇਹ ਤੋਂ ਜ਼ਿਆਦਾ ਮੇਰੀ ਨਾ ਕਪੈਸਿਟੀ ਸੀ, ਨਾ ਮੇਰੇ 'ਚ ਇੰਨੀ ਇੰਟੈਲੀਜੈਂਸ ਸੀ, ਬਿਯੋਂਡ ਮਾਈ ਐਕਸਪੈਕਟੇਸ਼ਨਸ, ਬਿਯੋਂਡ ਮਾਈ ਪੋਟੈਂਸ਼ੀਅਲ, ਬਿਯੋਂਡ ਮਾਈ ਡਿਜ਼ਾਇਰ। ਹੁਣ ਤਾਂ ਇਹੀ ਹੈ ਵੀ ਆਪਣੀ ਤੰਦਰੁਸਤ ਹੈਲਦੀ ਲਾਈਫ। ਹੁਣ ਮੈਨੂੰ ਇੱਕ ਤੁਹਾਡਾ ਸੋਸ਼ਲ ਮੀਡੀਆ ਦੀ ਬੜੀ ਸਪੋਰਟ ਮਿਲ ਰਹੀ ਹੈ, ਸੋਸ਼ਲ ਮੀਡੀਆ ਦੇ ਉੱਪਰ ਮੈਂ ਕਾਫੀ ਐਕਟਿਵ ਹਾਂ, ਬੜਾ ਟਾਈਮ ਬੜਾ ਸੁਣ ਲੰਘ ਜਾਂਦਾ, ਪੜ੍ਹਦਾ ਪੁੜਦਾ ਰਹਿਣਾ। ਆਈ ਹੈਵ ਵੈਰੀ ਗੁੱਡ ਲਾਇਬ੍ਰੇਰੀ। ਬਾਕੀ ਅਜੇ ਹਫਤੇ 'ਚ ਹੁਣ ਮੈਂ 2 ਦਿਨ ਜਿਮ ਲਾਈ ਦਾ, ਠੀਕ ਹੈ, ਆਮ ਵੈਰੀ ਹੈਪੀ। ਬਾਕੀ ਮੇਰਾ ਫਾਰਮ ਹੈਗਾ, ਉੱਥੇ ਘੁੰਮ ਆਈਦਾ, ਇੱਥੇ ਨੇੜੇ ਹੈਗਾ। ਅਖੀਰ ਦੇ ਵਿੱਚ ਜਿਹੜੇ ਨਵੇਂ ਪੂਰ ਦੇ ਨੌਜਵਾਨ ਨੇ, ਮੁੰਡੇ ਕੁੜੀਆਂ ਹੋਣਗੇ, ਉਹ ਤੁਹਾਡੀ ਗੱਲ ਨੂੰ ਦੇਖ ਕੇ ਬੜਾ ਉਹਨਾਂ ਦੇ ਵਿੱਚ ਵੀ ਹੌਸਲਾ ਮਿਲਿਆ ਹੋਊਗਾ ਵੀ ਯਾਰ ਜੇ ਔਲਖ ਸਾਹਿਬ ਕਰ ਸਕਦੇ ਨੇ, ਸ਼ਾਇਦ ਅਸੀਂ ਵੀ ਕਰ ਲਈਏ, ਸ਼ਾਇਦ ਮੁਕੱਦਰ ਸਾਡੇ 'ਚ ਵੀ ਇਦਾਂ ਲਿਖਿਆ ਹੋਵੇ। ਉਹਨਾਂ ਨੂੰ ਇੱਕ ਜ਼ਿੰਦਗੀ ਦੇ ਤਜਰਬੇ 'ਚੋਂ ਤੁਹਾਡਾ ਸੁਨੇਹਾ ਕੀ ਹੈ? ਹਾਂ ਦੇਖੋ, ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਨਾ, ਤੁਸੀਂ ਜਿੱਦਾਂ ਉਹ ਗੁਰਬਾਣੀ 'ਚ ਹੈਗਾ ਨਾ, 5 ਨਮਾਜ਼ਾਂ ਵਕਤ ਪੰਜੇ ਪੰਜ ਪੰਜੇ ਨੂੰ। ਆਈ ਐਮ ਨਾਟ ਅ ਰਿਲੀਜੀਅਸ ਮੈਨ ਫਰੋਮ ਦੈਟ ਪੁਆਇੰਟ ਆਫ ਵਿਊ, ਪਰ ਮੈਂ ਬਹੁਤ ਫਾਲੋ ਕਰਦਾ ਉਹਨੂੰ। 5 ਨਮਾਜ਼ਾਂ ਵਕਤ ਪੰਜੇ ਪੰਜ ਪੰਜੇ ਨੂੰ। ਪਹਿਲਾ ਸੱਚ, ਟਰੂਥਫੁਲਨੈਸ, ਹਲਾਲ ਦੋਏ, ਓਨੈਸਟ ਲਿਵਿੰਗ। ਤੀਜੀ ਖੈਰ ਖੁਦਾਈ, ਸਰਬੱਤ ਦਾ ਭਲਾ, ਗੁੱਡ ਆਫ ਆਲ। ਚੌਥੀ ਨੀਅਤ, ਰਸਮੰਦ ਦੀ, ਓਨੈਸਟ ਇੰਟੈਂਟ। ਪੰਜਵੀਂ ਸਿਫਤ ਸੁਣਾਈ ਉਸ ਪਰਮਾਤਮਾ ਦੀ ਜਿਹਨੇ ਤੁਹਾਨੂੰ ਦੇਣਾ। ਸੋ ਇਹਨਾਂ ਚੀਜ਼ਾਂ ਤੁਸੀਂ ਰੱਖੋ, ਰੱਬ ਬਹੁਤ ਕੁਝ ਦਿੰਦਾ। ਆਹੀ ਆ ਵੀ ਤੁਸੀਂ ਇਮਾਨਦਾਰੀ, ਸੱਚਾਈ, ਬੇਈਮਾਨੀ 'ਚ ਨਾ ਪਓ, ਰੱਬ ਤੋਂ ਡਰੋ, ਗਲਤ ਕੰਮ ਨਾ ਕਰੋ। ਗਲਤ ਮੈਂ ਐਸੀ ਸਾਡੇ ਫੈਮਿਲੀ 'ਚ ਗਲਤ ਕੰਮ ਬਹੁਤ ਡਰਦੇ, ਗਲਤ ਕੰਮ ਨਾ ਕੋਈ ਹੋ ਜਾਏ। ਇਹ ਰੱਬ ਬਹੁਤ ਦਿੰਦਾ। ਮਿਹਨਤ, ਇਮਾਨਦਾਰੀ ਨਾਲ, ਸੱਚਾਈ ਨਾ ਕਰੋ ਤੁਸੀਂ, ਬਹੁਤ ਕੁਝ। ਔਰ ਸਭ ਬਹੁਤ ਬਹੁਤ ਸ਼ੁਕਰੀਆ ਜੀ, ਸਮਾਂ ਦਿੱਤਾ, ਧੰਨਵਾਦ ਜੀ। ਥੈਂਕ ਯੂ ਸੋ ਮਚ, ਮਾਈ ਪਲੇਜ਼ਰ ਜੀ। ਤਾਂ ਅੱਜ ਦੀ ਇਸ ਮੁਲਾਕਾਤ ਦੇ ਵਿੱਚ ਸਰਦਾਰ ਕਿਰਪਾਲ ਸਿੰਘ ਔਲਖ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦੇ ਜ਼ਿੰਦਗੀ ਦੇ ਤਜਰਬੇ, ਜ਼ਿੰਦਗੀ ਦੇ ਵਿੱਚੋਂ ਉਹਨਾਂ ਦੇ ਕਮਾਇਆ ਹੋਇਆ ਜਿਹੜਾ ਇੱਕ ਧਨ ਹੈ ਜਾਂ ਫਿਰ ਉਹਨਾਂ ਦੀ ਕਮਾਈ ਹੋਈ ਇੱਕ ਤਜਰਬੇ ਨੇ, ਉਹਨਾਂ ਦਾ ਨਿਚੋੜ ਅੱਜ ਤੁਹਾਡੇ ਸਾਹਮਣੇ ਰੱਖਿਆ। ਉਮੀਦ ਕਰਦੇ ਹਾਂ ਕਿ ਅੱਜ ਦੀ ਇਹ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਏਗੀ। ਜੇ ਚੰਗੀ ਲੱਗੀ ਹੈ ਤਾਂ ਇਸ ਮੁਲਾਕਾਤ ਨੂੰ ਅੱਗੇ ਤੁਸੀਂ ਜ਼ਰੂਰ ਤੋਰਨਾ, ਅੱਗੇ ਸਾਂਝਾ ਜ਼ਰੂਰ ਕਰਨਾ ਇਸ ਲਿੰਕ ਨੂੰ। ਫਿਲਹਾਲ ਮੈਨੂੰ ਆਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।